सतनाम वाहिगुरु साहिब जीओ। आप अपनी बुद्ध है जेती, बरनत भिन्न भिन्न तोहे। एक रूप अनूप स्वरूपा, रंक भयो राव कही भूपा। अंडज जेरज से तज कीनी, उत्पुज खान बाहुर रच दीनी। कहूँ फूल राजा हुए बैठा, कहूँ सिमट भयो शंकर इकट्ठा। सगरी सृष्ट दिखाए अचंभव, आद जुगाद स्वरूप स्वयंभव। अब रक्षा मेरी तुम करो, सिख उबार असिख संगरो। दुष्ट जिते उठवत उत्पाता, सकल मलेश करो रण घाता। दुष्ट जिते उठवत उत्पाता, सकल मलेश करो रण घाता। वाहिगुरु जी का खालसा, वाहिगुरु जी की फतेह। सतगुरु सच्चे पातशाह, दीन दुनिया दे मालक, अंतरजामी सर्व कला समर्थ, लोक परलोक दे रखियक, श्री गुरु ग्रंथ साहिब महाराज जी दे पावन पवित्र दरबार अंदर हाजरी भर रहे गुरु सवारे सतसंगी जनों, आप जी ने गुरु गोबिंद सिंह महाराज जी दे मुखारबिंद तो उच्चारण की हुई और नितनेम दे विच चौथे नंबर ते आउण वाली बाणी चौपाई साहिब दे कुछ छंद आप जी ने सरवण कीते हैं। अज दे इन्हां विषयां अंदर अकाल पुरख वाहिगुरू वल्लों बनाई हुई इस सृष्टि दी रचना, जिन्हों वेख के एक अचंभा हुंदा है, एक हैरानी प्रगट हुंदी है कि इस सृष्टि की रचना उसने किवें कीती है, किहड़ा तरीका है। कोई इहदा आरला पारला कंढा नज़र नहीं आउंदा। इस तरह के ख्याल जो अज आप जी ने सरवण कीते, जिहदे विच साहब कहंदे जिन्ने जिन्ने किसे कोल बुद्धि है, उन्हें अपनी अपनी बुद्धि अनुसार जो कुछ अख नाल वेखिया अपना अपना ज्ञान दसिया। जिथों तक किसी की नज़र गई उन्हें उथों तक वेख के बोलिया है। हुण इन्हां विचों ठीक किस नूं मन्नीए ते गलत कौन है, बुद्धिमान किहड़ा है ते मूर्ख किहड़ा है, क्योंकि क्या तो सारियां ही ने है। जिन्ने जिन्ने किसी नूं नहीं भी पता, पिछे हजूर ने पिछले विषय विच बचन कीते सन कि महामूढ़ कछ भेद ना जानता। वड्डे वड्डे मूर्ख थोड़ा जिहा जान लैंदे ने ते कहंदे जो कुछ असीं जाणे आ बस यही है। उन्हां तो वड्डे मूर्ख कोई नहीं। दूजे पासे ऐसे भी लोग ने जिन्हां ने कुछ ना कुछ जानिया, उहदी सृष्टि नूं, उहदे प्यार नूं लभ्या ते जदों उहनूं जिन्ना कु वेखिया, वेखण तो बाद उन्हां दी एक अंदर दी स्थिति बनी, अंदर दा ज्ञान बनिया कि जिथों तक तू मैनू विखाया है
ਉੱਥੋਂ ਤੱਕ ਮੈਂ ਵੇਖ ਲਿਆ ਹੈ, ਪਰ ਜਿੱਥੋਂ ਤੱਕ ਮੈਂ ਵੇਖਿਆ ਇੱਥੇ ਤੇਰੀ ਸਮਾਪਤੀ ਨਹੀਂ ਹੁੰਦੀ। ਇਹ ਦੋ ਤਰ੍ਹਾਂ ਦੇ ਲੋਕ ਨੇ। ਇੱਕ ਉਹ ਨੇ ਜਿਨ੍ਹਾਂ ਨੇ ਜਾਣ ਕੇ, ਸਮਝ ਕੇ, ਪੜ੍ਹ ਕੇ ਜਾਂ ਲੱਭ ਕੇ ਕਹਿ ਦਿੱਤਾ ਵੀ ਇੱਥੋਂ ਤੱਕ ਹੈ। ਇੱਕ ਉਹ ਗਿਆਨ ਹੈ। ਉਹਨਾਂ ਨੂੰ ਹਜ਼ੂਰ ਨੇ ਬਾਣੀ ਦੇ ਵਿੱਚ ਕਿਹਾ ਇਹ ਮੂਰਖ ਗਿਆਨੀ ਨੇ, ਇਹਨਾਂ ਦੇ ਕੋਲ ਗਿਆਨ ਤੇ ਹੈ, ਪਰ ਇਹਨਾਂ ਦਾ ਗਿਆਨ ਜਿਹੜਾ ਹੈ ਉਹ ਬੌਣਾ ਹੈ, ਅਧੂਰਾ ਹੈ। ਕਿਉਂਕਿ ਇਹਨਾਂ ਨੇ ਜਾਣਿਆ ਜਿੰਨਾ ਕੁ, ਜਿਵੇਂ ਚਮਚ ਨਾਲ ਕਹਿੰਦੇ ਸਮੁੰਦਰ ਵਿੱਚੋਂ ਇੱਕ ਚਮਚ ਕਿਸੇ ਨੇ ਭਰਿਆ, ਉਹਨੇ ਚਮਚ ਨੇ ਸੋਚ ਲਿਆ ਆਹ ਹੀ ਸਮੁੰਦਰ ਹੈ, ਬਸ ਸਮੁੰਦਰ ਤੇ ਬਾਕੀ ਪਿਆ ਸੀ। ਗਿਆਨ ਦੀ ਗੱਲ ਸਤਿਗੁਰਾਂ ਨੇ ਵੀ ਕੀਤੀ, ਪਰ ਇੱਕ ਤਕੀਦ ਕਰ ਦਿੱਤੀ। ਕਹਿੰਦੇ ਜਿੰਨਾ ਕੁ ਤੂੰ ਵੇਖਣਾ ਹੈ ਸੰਸਾਰ ਨੂੰ, ਜਾਂ ਜਾਣਿਆ ਹੈ ਜਾਂ ਪਾਇਆ ਹੈ, ਇੱਕ ਗੱਲ ਕਦੀ ਨਾ ਭੁੱਲੀ, ਜਿੰਨੀ ਕੁ ਤੇਰੀ ਬੁੱਧੀ ਹੈ ਉਨਾ ਹੀ ਤੈਨੂੰ ਦਿਸੇਗਾ, ਉਸ ਤੋਂ ਅਗਲਾ ਤੈਨੂੰ ਨਜ਼ਰ ਨਹੀਂ ਆਉਂਦਾ। ਫਿਰ ਇੱਕ ਅਰਦਾਸ ਕਰਿਆ ਕਰ, ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ। ਤੇ ਇਹਦੇ ਵਿੱਚ ਇੱਕ ਹੋਰ ਬੜੀ ਸੁੰਦਰ ਖਿਆਲ ਦਿੱਤਾ ਗੁਰੂ ਸਾਹਿਬ, ਜਿਸ ਨੂੰ ਤੂੰ ਜਾਣਾਏ। ਵੇਖੋ ਜਾਣਿਆ ਤੇ ਕਿਸੇ ਬੰਦੇ ਦੇ ਮਨ ਨੇ ਮਿਹਨਤ ਕੀਤੀ ਤਾਂ ਹੀ ਜਾਣਿਆ ਨਾ, ਪਰ ਹਜ਼ੂਰ ਉਹਦੇ ਤੋਂ ਵੀ ਅੱਗੇ ਚਲੇ ਜਾਂਦੇ ਨੇ। ਹੰਕਾਰ ਨਾ ਆਏ ਕਿਤੇ। ਉਹ ਕਹਿੰਦੇ ਨੇ ਜਿਹੜਾ ਤੇਰੇ ਮਨ ਨੇ ਜਾਣਿਆ ਉਹ ਮਨ ਕਿੰਨੇ ਬਣਾਇਆ ਹੈ, ਉਹਦੇ ਵਿੱਚ ਸਮਝ ਕਿੰਨੇ ਪਾਈ, ਨਹੀਂ ਤੇ ਮੂਰਖ ਬਣਾ ਦਿੰਦਾ। ਜਿਸ ਨੂੰ ਤੂੰ ਜਾਣਾਏ, ਜਿਹਨੂੰ ਤੂੰ ਇਹ ਗੱਲ ਸਮਝਾ ਦੇਂ ਬਈ ਇਹ ਬੁਝਾਰਤ ਕੀ ਹੈ, ਸੋਈ ਜਨ ਜਾਣੈ। ਉਹ ਚੰਗੀ ਤਰ੍ਹਾਂ ਜਾਣ ਲੈਂਦਾ ਤੇ ਜਾਣ ਕੇ ਕੀ ਕਰਦਾ, ਸਮਝ ਕੇ। ਕਹਿੰਦੇ ਬਸ ਉਹ ਇੱਕ ਹੀ ਕੰਮ ਕਰੀ ਜਾਂਦਾ, ਹਰ ਗੁਣ ਸਦ ਹੀ ਆਖ ਵਖਾਣਾ, ਬਸ ਉਹਦਾ ਨਾਮ ਜਪੀ ਜਾਂਦਾ, ਹੋਰ ਕੋਈ ਗੱਲ ਸਮਝ ਵਿੱਚ ਆਉਂਦੀ ਨਹੀਂ। ਤਾਂ ਕਹਿਣ ਤੋਂ ਭਾਵ ਕੀ ਹੈ, ਅੱਜ ਦਾ ਵਿਸ਼ਾ ਜੋ ਆਪਾਂ ਲੈਣਾ ਉਹਦੇ ਵਿੱਚ ਇੱਕ ਬਚਨ ਆਇਆ ਵੀ ਸਗਲੀ ਸ੍ਰਿਸ਼ਟ ਦਿਖਾਏ ਅਚੰਭਵ। ਹਜ਼ੂਰ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ, ਜਦੋਂ ਮੈਂ ਉਹਦੀ ਸ੍ਰਿਸ਼ਟੀ ਵੱਲ ਵੇਖਦਾ ਹਾਂ ਨਾ, ਸੂਰਜ ਚੜ੍ਹਦਾ ਹੈ, ਦਰਿਆ ਵਗਦੇ ਨੇ, ਰੁੱਖ ਉੱਗਦਾ ਹੈ, ਉਹਦੇ ਪੱਤੇ ਨਿੱਤ ਨਿਕਲੀ ਜਾਂਦੇ ਨੇ, ਉਹਨੂੰ ਫਲ ਲੱਗਦਾ ਹੈ, ਬੱਚਾ ਜਨਮ ਲੈਂਦਾ ਹੈ, ਉਹ ਵੱਡਾ ਹੋਈ ਜਾਂਦਾ ਹੈ, ਜਵਾਨੀ ਵੱਲ ਵੱਧਦਾ ਹੈ, ਜਵਾਨ ਬੁਢੇਪੇ ਵੱਲ ਤੁਰਿਆ ਜਾਂਦਾ ਹੈ, ਬੁੱਢਾ ਮੌਤ ਵੱਲ ਜਾ ਰਿਹਾ। ਪੱਤ ਝੜ ਆਉਂਦੀ ਹੈ, ਪੱਤੇ ਡਿੱਗ ਪੈਂਦੇ ਨੇ, ਫਿਰ ਬਸੰਤ ਆਉਂਦੀ ਹੈ, ਨਵੇਂ ਪੱਤੇ ਨਿਕਲਦੇ ਨੇ, ਫਿਰ ਉਹਨਾਂ ਦੀ ਉਮਰ ਪੁੱਗ ਜਾਂਦੀ, ਉਹ ਝੜ ਜਾਂਦੇ ਨੇ, ਫਿਰ ਨਵੇਂ ਆਉਂਦੇ ਨੇ। ਇਹਨੂੰ ਕਹਿੰਦੇ ਨੇ ਸ੍ਰਿਸ਼ਟੀ ਦਾ, ਇਹਨੂੰ ਕਹਿੰਦੇ ਨੇ ਸ੍ਰਿਸ਼ਟੀ ਦਰਸ਼ਨ ਗਿਆਨ। ਸ੍ਰਿਸ਼ਟੀ ਦਰਸ਼ਨ, ਇਹ ਆਮ ਬੰਦੇ ਦੀ ਗੱਲ ਸਮਝ ਵਿੱਚ ਨਹੀਂ ਆਵੇਗੀ। ਜਦੋਂ ਇਹ ਗੱਲ ਸੁਣਨਗੇ ਨਾ, ਉਹ ਕਹਿਣਗੇ ਵੀ ਇਹ ਕਿਹੜੀ ਕਥਾ ਹੋਈ ਵੀ ਸੰਸਾਰ ਵਿੱਚ ਰੁੱਖ ਉੱਗਦਾ ਹੈ, ਪੱਤੇ ਨਿਕਲਦੇ ਨੇ, ਬੱਚਾ ਵੱਡਾ ਹੁੰਦਾ ਹੈ, ਸੂਰਜ ਉੱਗਦਾ ਹੈ, ਕੋਈ ਗੱਲ ਤੇ ਹੋ ਹੀ ਰਿਹਾ ਹੈ। ਉਹ ਤਲ ਹੀ ਇਹਨਾਂ ਨੀਵਾਂ ਜਿਉਣ ਦਾ। ਜਿਵੇਂ ਤੁਸੀਂ ਵੇਖਿਆ ਨਾ, ਇੱਥੇ ਮੱਝਾਂ ਬੱਝੀਆਂ ਹੋਈਆਂ ਨੇ, ਪਸ਼ੂ, ਉਹਨਾਂ ਨੂੰ ਕੋਈ ਪਤਾ ਨਹੀਂ ਸੂਰਜ ਕਦੋਂ ਉੱਗਦਾ, ਕਦੋਂ ਡੁੱਬਦਾ ਹੈ, ਉਮਰ ਵੱਧਦੀ ਹੈ ਕਿ ਨਹੀਂ ਵੱਧਦੀ। ਜਦੋਂ ਮੌਤ ਆਉਂਦੀ ਉਦੋਂ ਵੀ ਨਹੀਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਕੀ ਹੋ ਰਿਹਾ। ਉਹ ਸੋਚਦੇ ਨੇ ਪਤਾ ਨਹੀਂ ਮੈਨੂੰ ਕੀ ਹੋ ਗਿਆ। ਪਸ਼ੂ ਨੂੰ ਮੌਤ ਦਾ ਗਿਆਨ ਨਹੀਂ ਹੈ। ਉਹ ਸਿਰਫ ਮੌਤ ਤੋਂ ਡਰਦਾ ਹੈ, ਸਿਰਫ ਆਪਣੇ ਆਪ ਨੂੰ ਬਚਾਉਂਦਾ ਹੈ। ਕੁਦਰਤ ਨੇ ਉਹਦੇ ਵਿੱਚ ਇੱਕ ਚਿਣਗ ਪਾ ਦਿੱਤੀ ਵੀ ਤੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ, ਬਸ। ਹੋਰ ਉਹਨੂੰ ਇਹ ਨਹੀਂ ਪਤਾ ਵੀ ਮੈਂ ਮਰ ਰਿਹਾ ਕਿ ਕੀ ਹੋ ਰਿਹਾ ਹੈ। ਜਿਹੜਾ ਪਸ਼ੂ ਬਿਰਤੀ ਦੇ ਉੱਤੇ ਮਨੁੱਖ ਜੀ ਰਿਹਾ, ਉਹਨੂੰ ਆਪਣੀ ਜ਼ਿੰਦਗੀ ਦੇ ਆਲੇ ਦੁਆਲੇ ਜੋ ਕੁਝ ਵਾਪਰਦਾ ਉਹਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ। ਇਹਨੂੰ ਹਜ਼ੂਰ ਨੇ ਕਿਹਾ ਵੀ ਅੱਖਾਂ ਦੇ ਉੱਤੇ, ਅੱਖਾਂ ਦੇ ਅੰਦਰ ਅਗਿਆਨ ਦਾ ਘੱਟਾ, ਅਗਿਆਨ ਦੀ ਮਿੱਟੀ ਪਈ ਹੋਈ। ਜਿਹੜੇ ਜਾਗ ਪਏ, ਜਿਨ੍ਹਾਂ ਦੀ ਅੱਖ ਖੋਲ੍ਹ ਦਿੱਤੀ, ਜਿਨ੍ਹਾਂ ਦੇ ਨੇਤਰ ਗੁਰੂ ਸਾਹਿਬ ਨੇ ਖੋਲ੍ਹੇ। ਹਜ਼ੂਰ ਦਾ ਬਚਨ ਆਉਂਦਾ ਹੈ, ਕਹੈ ਨਾਨਕ ਇਹ ਨੇਤਰ ਅੰਧ ਸੇ। ਪਹਿਲਾਂ ਮੇਰੀਆਂ ਅੱਖਾਂ ਜਿਹੜੀਆਂ ਨੇ ਅੰਨੀਆਂ ਸਨ, ਬਿਲਕੁਲ ਦਿਸਦਾ ਨਹੀਂ ਸੀ। ਆਹ ਤੇ ਦਿਸਦਾ ਸੀ ਇੱਥੋਂ ਤੱਕ, ਬਸ ਘਰੋਂ ਦੁਕਾਨ ਦਿਸਦੀ ਸੀ, ਦੁਕਾਨ ਤੋਂ ਘਰ ਦਿਸਦਾ ਸੀ, ਘਰੋਂ ਖੇਤ ਦਿਸਦਾ ਸੀ, ਖੇਤ ਤੋਂ ਘਰ ਦਿਸਦਾ ਸੀ, ਜ਼ਿਆਦਾ ਤੋਂ ਜ਼ਿਆਦਾ ਰਿਸ਼ਤੇਦਾਰ ਦਿਸ ਪਏ।
इस गेड़े तक मैं सीमित रहिंदा सी, पर जदों कहंदे गुरु ने सिर ते हथ रखिया रहमत दा ते अंदर एक होर अख खुल पई ज्ञान दी। तीजा जिहड़ा ज्ञान दा नेत्र जिन्हों गुरु अर्जन देव सच्चे पातशाह जी कहंदे ने मेरियां अखां विच गुरु ने एक दिन सुरमा पाया। ਉਹ ਸੁਰਮਾ ਪਾਉਣ ਤੋਂ ਬਾਅਦ ਮੈਨੂੰ ਹੋਰ ਕਈ ਕੁਝ ਦਿਸਣ ਲੱਗ ਪਿਆ ਜਿਹੜਾ ਕਦੀ ਮੈਂ ਵੇਖਿਆ ਸੋਚਿਆ ਨਹੀਂ ਸੀ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼, ਅਗਿਆਨ ਦਾ ਹਨੇਰਾ ਮਿਟ ਗਿਆ ਉਸ ਗਿਆਨ ਦੇ ਸੁਰਮੇ ਨਾਲ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਬੜੀ ਦੂਰ ਤੱਕ ਵੇਖਣ ਲੱਗ ਪਏ, बड़ी दूर तक। पहला तो उन्होंने अपनी देह नूं वेख्या। तुसीं रविदास जी दा बाणी सरवण करदे हो जिहदे विच जिस देह नूं असीं होर कुछ समझने आ, सब तो पहला भगत जिहड़ा गुरु दा प्यारा जिहड़ा है संत है, सब तो पहला जो कुछ वेखदा उहदी पकड़ विच आउंदा बंदे दी देह नूं चंगी तरह वेख लैंदा अंदरों ते बाहरों। तुसीं जपजी साहिब विच पढ़ोगे ना कि जदों किसी नूं नाम सुनन लग जाए, अपने आप जपण तो बिना सुनी जाए, उदों की हुंदा कहंदे उस जप द्वारा उस नाम द्वारा कहंदे शरीर दे बहुत सारे भेद दिस पैंदे ने, पता लग जांदा। सुनिए जोग जुगत तन भेद शरीर विचों दिसन लग पैंदा ते बाहरों। आ तुसीं वेखोगे भी जिन्ना भी औषधि ज्ञान है, दवाइयां दा जिन्ना ज्ञान है, हिंदुस्तान विच पहला किथे विज्ञान से अज तो 1000 साल पहला उन्होंने किवें अंदर दियां नाड़ियां वेखियां, अंदर दे रोग भी किहड़ी बूटी नाल किहड़ा रोग हटदा है कित्थों पता लाया। कोई एक्सरे मशीन नहीं सी, कोई अल्ट्रासाउंड नहीं सी, कोई तरीका नहीं सी, बस नवज दी एक मुहारत ते ध्यान द्वारा शरीर नूं उन्होंने वेख लिया भी इहदे अंदर कित्थे कित्थे किहड़ी चीज़ पई हुई है, वेख के उहदी दवाई लभ लई। तां इह जिहड़े लोक जिन्हां दी अख खुल गई, जिन्हों गुरु साहब कहंदे सृष्टि नूं मैं वेखना, सृष्टि हैरान कर दिंदी है, अगे तो वेखे नहीं जाता। बस धर्म विचों एक ही प्राप्ति हुंदी है, होर ते बड़ियां प्राप्तियां ने जिहदा कोई अंत नहीं। परमार्थ दे विचों गुरु दे चरनां विचों गुरु कोलों बाणी पढ़न नाल सिमरन करन नाल सेवा करन नाल जिथे होर बहुत सारियां प्राप्तियां हुंदियां ने, उत्थे एक प्राप्ति बहुत वड्डी हो जाती। क्योंकि जिन्नी कु दुनिया विच असीं रहिंदे आ ना, इत्थे बंदा अक जांदा इक्को ही चीज़ बार बार वेख वेख के। ਉਹੀ हर रोज़ कपड़े, ਉਹੀ घर, ਉਹੀ परिवार, ਉਹੀ रिश्तेदार, ਉਹੀ रसोई की अग, ਉਹੀ बणियां हुई सब्जियां। बंदा रोज़ थक जाता, बदल बदल के अक जाता, नवीं चीज़ हुंदी ही कोई नहीं। बंदे की चाह ते कुछ नवां वेखे तां ही वो बदलदा, पर आखिर अक ही जाता। इस करके कई बारी थां बदलदा, होर किसी थां ते जाके आईए साल विच एक बारी, थोड़ा जिहा मन होर हो जाए। गुरु अर्जन देव सच्चे पातशाह जी ने एक बचन किया है, अज जिवें कि उन्हां दा प्रकाश दिन भी है। कहंदे साडी माता नूं ने सानू एक बख्शिश की, असीस दिती। पूता माता की असीस निमख ना बिसरो तुम को हर हर सदा भजो जगदीश। ये असीस साडे माता ने सानू बख्शिश कर देती। ये बड़ी वड्डी घालना है, ख्याल रखना। बाहरों तो शब्द ही लगता है, पर इहदे विच एक साधना का शिखर है। वो किहड़ा है? उन्होंने कहा भी हे पुत्र तेनू ये नहीं कहा भी तू नाम जप लई अद्धा घंटा या घंटा। कहंदे निमख ना बिसरों, गैब नहीं आना चाहिए, कंटिन्यू लगातार एक रस, गैब नहीं पैना चाहिए। तू भोजन खाएं कि तू इशनान करें कि किसी नाल गल करें जां कपड़े बदलें जां होर जो मर्जी करें, पर तेरे अंदर एक घंटी वजदी रहनी चाहिए, तां तू ये दशा नूं पाएगा। सीधा तो असीं सारे कह देने भी पूता माता की असीस, ये गल होर है।
ਜਿਹੜੀਆਂ ਗੱਲਾਂ ਗੁਰਬਾਣੀ ਵਿੱਚ ਲਿਖੀਆਂ ਹੋਈਆਂ ਨੇ ਇਹ ਵਾਪਰਦੀਆਂ ਤਾਂ ਨੇ ਜੇ ਹੂਬ ਹੂ ਉਹਨਾਂ ਨੂੰ ਉਸੇ ਤਰ੍ਹਾਂ ਕੀਤਾ ਜਾਏ, ਨਹੀਂ ਤੇ ਵਾਪਰਦੀਆਂ ਨਹੀਂ, ਬਿਲਕੁਲ ਨਹੀਂ ਵਾਪਰ। ਇੱਕ ਤੇ ਉਹ ਗੱਲ ਨਾ ਵੀ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ, ਪਰ ਜੋ ਕੁਝ ਗੁਰੂ ਨੇ ਕਿਹਾ ਸਿੱਖ ਉਹਨੂੰ ਜਿੰਨਾ ਚਿਰ ਪਹਿਲਾਂ ਕਰਦਾ ਨਹੀਂ। ਕਹਿੰਦੇ ਸਾਡੇ ਮਾਤਾ ਨੇ ਕਿਹਾ ਵੀ ਅਰਜਨ ਦੇਵ ਜੀ ਬੇਟਾ ਤੁਸੀਂ ਇੱਕ ਗੱਲ ਖਿਆਲ ਰੱਖਣਾ ਵੀ ਸਰੀਰ ਧਾਰੀ ਹੋ ਤੁਸੀਂ, ਸਰੀਰ ਨਾਲ ਕੰਮ ਵੀ ਕਰਨਾ, ਬੋਲਣਾ ਵੀ ਹੈ, ਖਾਣਾ ਪੀਣਾ ਵੀ, ਨੀਂਦ ਵੀ ਆਉਣੀ, ਪਰ ਜੇ ਤੁਸੀਂ ਉੱਚੀ ਦਸ਼ਾ ਨੂੰ ਪਾਉਣਾ ਹੈ ਨਾ, ਉਹ ਅੱਗੇ ਮੈਂ ਬੇਨਤੀ ਕਰਾਂਗਾ ਤੁਸੀਂ ਕਹੋਗੇ ਵਿਸ਼ਾ ਹੋਰ ਪਾਸੇ ਚਲਾ ਗਿਆ, ਨਹੀਂ ਮੈਂ ਗੱਲ ਇਹ ਕਰਨੀ ਹੈ ਵੀ ਇਸ ਦੁਨੀਆ ਤੋਂ ਅਗਲੀ ਦੁਨੀਆ ਕਿਵੇਂ ਦਿਸਦੀ ਹੈ ਸ਼ਬਦ ਵਿੱਚ ਦੱਸੀ, ਜਿਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਕੋਈ ਪੁੱਛਦਾ ਹੈ ਬਈ ਵੇਖੋ ਇੰਨੀ ਦੁਨੀਆ ਤੁਹਾਡੇ ਆਲੇ ਦੁਆਲੇ, ਤੁਹਾਡਾ ਭਰਾ ਪ੍ਰਿਥੀ ਚੰਦ ਮਾਇਆ ਧਾਰੀ ਸੋਚ ਵਾਲਾ ਬੰਦਾ ਹੈ, ਪੈਸੇ ਗਿਣਦਾ ਰਹਿੰਦਾ ਸਾਰਾ ਦਿਨ, ਆ ਤੁਹਾਡੇ ਗੋਇੰਦਵਾਲ ਸਾਹਿਬ ਵਿੱਚ, ਤੁਹਾਡੇ ਅੰਮ੍ਰਿਤਸਰ ਸਾਹਿਬ ਵਿੱਚ ਕਿੰਨੇ ਵਪਾਰੀ ਨੇ, ਇਹ ਤੁਸੀਂ ਕਿਹੜੇ ਚੱਕਰ ਵਿੱਚ ਦਿਨ ਰਾਤ ਪਏ ਰਹਿੰਦੇ ਹੋ ਬਈ ਹਰ ਤਨ ਚਲਤੇ ਹਰ ਤਨ ਬੈਸੇ ਹਰ ਧਨ ਜਾਗਤ ਸੂਤਾ, ਤੁਰਦਿਆਂ ਵੀ ਵਾਹਿਗੁਰੂ ਵਾਹਿਗੁਰੂ, ਬੈਠਿਆਂ ਵੀ, ਕੰਮ ਕਰਦਿਆਂ ਵੀ, ਇਹ ਕਿਹੜੇ ਕੰਮ ਲੱਗ ਗਏ ਤੁਸੀਂ, ਇਹਦੇ ਵਿੱਚੋਂ ਕੁਝ ਮਿਲਦਾ ਵੀ ਹੈ ਕਿ ਵੈਸੇ ਹੀ ਕਰੀ ਜਾਂਦੇ ਹੋ ਕਿ ਇੱਕ ਦੂਜੇ ਦੇ ਪਿੱਛੇ ਲੱਗ ਕੇ ਕਰੀ ਜਾਂਦੇ ਹੋ। ਹਜ਼ੂਰ ਨੇ ਕਿਹਾ ਨਹੀਂ, ਐਵੇਂ ਕਿਉਂ ਕਰਨੇ ਆ, ਅਸੀਂ ਕੋਈ ਪਿੱਛ ਲੱਗ ਨਹੀਂ, ਕਰਕੇ ਵੇਖਿਆ ਹੈ, ਵੇਖਿਆ ਤੇ ਜਾਣਿਆ ਤੇ ਹੰਡਾਇਆ ਹੈ, ਇਹਦੇ ਨਾਲ ਹੁੰਦਾ ਹੈ। ਕੀ ਹੁੰਦਾ ਹੈ? ਕਹਿੰਦੇ ਤੁਸੀਂ ਸੰਸਾਰੀ ਕੀ ਕਰਦੇ ਹੋ, ਨਵੀਆਂ ਨਵੀਆਂ ਚੀਜ਼ਾਂ ਹੀ ਲੱਭ ਰਹੇ ਹੋ ਨਾ, ਨਵੇਂ ਨਵੇਂ ਤਮਾਸ਼ੇ, ਨਵੇਂ ਨਵੇਂ ਰੰਗ, ਨਵੀਂ ਨਵੀਂ ਦੁਨੀਆ, ਇਹ ਲੱਭਦੇ ਹੋ ਨਾ। ਕਹਿਣ ਲੱਗੇ ਹਾਂ। ਕਹਿੰਦੇ ਕਿੰਨੇ ਕੁ ਲੱਭ ਲਈ, ਕਿੰਨਾ ਕੁ ਨਵਾਂ ਲੱਭ ਲਿਆ ਤੁਸੀਂ? ਰਸੋਈ ਵਿੱਚ ਜਿੰਨਾ ਮਰਜ਼ੀ ਬਦਲ ਲਓ 8ਵੇਂ ਦਿਨ ਫਿਰ ਉਹੀ ਸਬਜ਼ੀ ਆ ਜਾਂਦੀ ਹੈ, ਕਿਹੜੀ ਲਿਆਓਗੇ 9ਵੇਂ ਦਿਨ? ਹਰ ਰੋਜ਼ ਕੱਪੜੇ ਬਦਲੋ ਜਿੰਨੇ ਮਰਜ਼ੀ ਲੈ ਆਵੋ, 15-20 ਦਿਨਾਂ ਬਾਅਦ ਫਿਰ ਉਹੀ ਆ ਜਾਏਗਾ। ਕਿੱਥੇ ਜਾਓਗੇ? ਨਹੀਂ ਭੱਜ ਸਕਦੇ ਪੁਰਾਣੇਪਣ ਤੋਂ, ਤੁਸੀਂ ਪੁਰਾਣੇ ਹੀ ਹੋਵੋਗੇ, ਕਿਉਂਕਿ ਤੁਸੀਂ ਇੱਕ ਗਲਤੀ ਕਰ ਰਹੇ ਹੋ ਕਿ ਤੁਸੀਂ ਕਿਸੇ ਤੁਰਦੀ ਚੀਜ਼ ਦੇ ਨਾਲ ਤੁਰਨਾ ਨਹੀਂ ਜਾਣਦੇ, ਉਹਦੇ ਨਾਲ ਤੁਸੀਂ ਉਹਨੂੰ ਫੜ ਕੇ ਰੋਕਣਾ ਚਾਹੁੰਦੇ ਹੋ। ਉਹ ਕਿਹੜੀ ਚੀਜ਼? ਉਹ ਸੰਸਾਰ, ਉਹ ਤੁਹਾਡਾ ਸਰੀਰ, ਉਹ ਚੱਲ ਰਿਹਾ ਹੈ। ਕਾਲ ਦਾ ਮਤਲਬ ਇਹ ਹੈ, ਦਿਸ ਦੇ ਸੰਸਾਰ ਦਾ ਮਤਲਬ ਇਹ ਹੈ, ਜੋ ਚੱਲਦਾ ਹੈ, ਤੁਰਦਾ ਹੈ, ਉਹਨੇ ਨਹੀਂ ਰੁਕਣਾ। ਅਸੀਂ ਕਿੱਥੇ ਦੁਖੀ ਹਾਂ? ਅਸੀਂ ਉਸ ਚੱਲਦੀ ਹੋਈ ਚੀਜ਼ ਨੂੰ ਰੋਕਣਾ ਚਾਹੁੰਦੇ ਹਾਂ। ਇੱਥੇ ਰੁਕੇ, ਇੱਥੇ ਰੁਕ ਜਾ, ਨਾ ਜਾਏ ਅੱਗੇ। ਇਹ ਆਨੰਦ, ਇਹ ਸੁੱਖ ਆਇਆ, ਇੱਥੇ ਹੀ ਰਵੇ, ਨਹੀਂ ਰਹੇਗਾ। ਇਹ ਜਵਾਨੀ ਆਈ ਹੈ, ਇੱਥੇ ਹੀ ਰਵੇ, ਨਹੀਂ ਰਹੇਗੀ। ਇਹ ਇਸ ਤਰ੍ਹਾਂ ਦਾ ਜੋ ਕੁਝ, ਕਿਉਂਕਿ ਇਹਨੇ ਤੇ ਬਦਲਣਾ ਹੀ ਬਦਲਣਾ, ਇਸ ਨੇ ਤੇ ਅੱਗੇ ਜਾਣਾ ਹੀ ਜਾਣਾ ਹੈ। ਸਤਿਗੁਰੂ ਕਹਿੰਦੇ ਇਸ ਕਰਕੇ ਤੁਸੀਂ ਸੋਗ ਵਿੱਚ ਚਲੇ ਜਾਂਦੇ ਹੋ, ਕਿਉਂਕਿ ਤੁਸੀਂ ਚੱਲਦੀ ਹੋਈ ਚੀਜ਼ ਨੂੰ ਰੋਕਣਾ ਚਾਹੁੰਦੇ ਹੋ। ਉਹ ਹੈ ਸੰਸਾਰ, ਉਹਨੂੰ ਫੜਨਾ ਚਾਹੁੰਦੇ ਹੋ ਵੀ ਇੱਥੇ ਹੀ ਰਹਿ ਜਾਏ, ਉਹਨੂੰ ਜਾਣਦੇ ਹੋ ਅੱਗੇ, ਤੇ ਤੁਸੀਂ ਰੁਕ ਜਾਓ ਆਪਣੇ ਆਪੇ ਦੇ ਵਿੱਚ। ਨਾਮ ਦੁਆਰਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰ-ਵਾਰ ਪੜ੍ਹੋਗੇ, ਬਹੁਤੇ ਸ਼ਬਦਾਂ ਦੇ ਅੰਦਰ ਜਿੱਥੇ ਸ਼ਬਦ ਦਾ ਇੱਕ ਬੰਦ ਆਉਂਦਾ ਉੱਥੇ ਪੰਕਤੀ ਆਉਂਦੀ ਹੈ ਰਹਾਓ। ਰਹਾਓ ਦਾ ਮਤਲਬ ਹੈ ਠਹਿਰ ਜਾਓ। ਰਹਾਓ ਦੀ ਪੰਕਤੀ ਬੜੇ ਥਾਵਾਂ ਤੇ ਆਏਗੀ। ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਜਿਹੜੇ ਸਹਿਜ ਪਾਠ ਕਰਦੇ ਨੇ, ਕੋਈ ਵੀ ਸ਼ਬਦ ਲੈ ਲਓ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਰਹਾਓ ਦਾ ਮਤਲਬ ਹੈ ਰੁਕ ਜਾਓ, ਠਹਿਰ ਜਾਓ। ਇਹਦਾ ਇੱਕ ਤੇ ਅਰਥ ਇਹ ਹੈ ਵੀ ਇਸ ਪੰਕਤੀ ਵਿੱਚ ਸਾਰੇ ਸ਼ਬਦ ਦਾ ਕੇਂਦਰ ਭਾਵ ਹੈ। ਦੂਜਾ ਇਹਦਾ ਅਧਿਆਤਮਕ ਪੱਖ ਹੈ। ਉਹ ਕਿਹੜਾ ਹੈ? ਵੀ ਜਿਹੜੀ ਚੀਜ਼ ਬਾਹਰੋਂ ਜਾ ਰਹੀ ਹੈ ਉਹਨੂੰ ਤੁਸੀਂ ਜਾਣਦੇ ਹੋ, ਸਰੀਰ ਅੱਗੇ ਜਾ ਰਿਹਾ ਜਾਣਦੇ ਹੋ, ਇਹਨੂੰ ਰੋਕੋ ਨਾ। ਪਰ ਜਿਹੜੀ ਚੀਜ਼ ਅੰਦਰ ਤੁਹਾਡੇ ਕੋਈ ਰੁਕੀ ਹੋਈ ਹੈ ਨਾ, ਜਾਂ ਨਾ ਜਿਹੜੀ ਜਨਮ ਲੈਂਦੀ ਹੈ, ਨਾ ਉਹ ਜਵਾਨ ਹੁੰਦੀ ਹੈ, ਨਾ ਬੁੱਢੀ ਹੁੰਦੀ, ਨਾ ਮਰਦੀ ਹੈ ਆਤਮਾ, ਉਹਦੇ ਕੋਲ ਤੁਸੀਂ ਰਹਾਓ, ਠਹਿਰ ਜਾਓ, ਉੱਥੇ ਰੁਕੋ। ਤੁਸੀਂ ਆਪਣੇ ਆਪ ਨੂੰ ਰੋਕ ਲਓ। ਅੰਦਰ ਤੇ ਰੁਕਦੇ ਨਹੀਂ, ਬਾਹਰ ਰੋਕਣਾ ਚਾਹੁੰਦੇ ਹੋ, ਇਹ ਗਲਤੀ ਕਰ ਲਈ। ਜਿੱਥੇ ਰੁਕਣਾ ਸੀ ਉੱਥੇ ਰੁਕੇ ਨਹੀਂ। ਮਨ ਦੇ ਵਿੱਚ ਰੁਕਣਾ ਸੀ, ਆਤਮਾ ਵਿੱਚ ਰੁਕਣਾ ਸੀ, ਸ਼ਬਦ ਵਿੱਚ ਖਲੋਣਾ ਸੀ, ਉੱਥੇ ਖੜੇ ਨਹੀਂ ਹੋਏ। ਮਨ ਤੇ ਤੁਰੀ ਹੀ ਜਾਂਦਾ।
बोले नहीं होए बैठा मोनी, अंतर कल्प पुआइया जोनी। मन ते खलोंदा नहीं, जिथे रुकना सी उत्थे रुके नहीं, जिथे चलना सी उत्थे तुसी रोकना चाहुंदे हो भी ना आवे बुढ़ेपा ना वधे उम्र, इक्को जिहा बस रवे जीवन नहीं रहिंदा। ਤਾਂ ਗੁਰੂ ਅਰਜਨ ਦੇਵ ਜੀ ਤੋਂ ਜਿਨਨੇ ਪੁੱਛਿਆ ਤੁਹਾਨੂੰ ਇਹਦੇ ਵਿੱਚੋਂ ਕੀ ਮਿਲਦਾ ਹੈ, ਤੁਹਾਡੀ ਮਾਤਾ ਨੇ ਅਸੀਸ ਦਿੱਤੀ ਹੈ, ਤੇ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਰੰਗ ਤਮਾਸ਼ਾ ਪੂਰਨ ਆਸ਼ਾ, ਕਬੈ ਨਾ ਵਿਆਪੈ ਚਿੰਤਾ। ਸਾਨੂੰ ਇਹ ਮਿਲਿਆ ਇਹਦੇ ਵਿੱਚੋਂ, ਇੱਕ ਤੇ ਚਿੰਤਾ ਨਹੀਂ ਵਿਆਪਦੀ। ਜੇ ਕਿਤੇ ਸਾਨੂੰ ਚਿੰਤਾ ਲੱਗੀ ਹੈ ਤੇ ਸਾਡੇ ਵਿੱਚ ਆਪਣਾ ਨੁਕਸ ਹੋਏਗਾ। ਇਸ ਰਾਹ ਤੇ ਤੁਰਨ ਵਾਲਿਆਂ ਨੂੰ ਚਿੰਤਾ ਨਹੀਂ। ਫਿਰ ਰੰਗ ਤਮਾਸ਼ਾ, ਤੁਸੀਂ ਰੰਗ ਹੀ ਤੇ ਲੱਭ ਰਹੇ ਹੋ ਸੰਸਾਰ ਵਿੱਚ। ਇੱਥੇ ਰੋਜ਼ ਰੰਗ ਨੇ। ਜਦੋਂ ਵੀ ਕੋਈ ਦੁਨੀਆ ਦੇ ਤਮਾਸ਼ੇ ਦੀ ਗੱਲ ਚੱਲਦੀ ਹੈ, ਗੁਰਬਾਣੀ ਦਾ ਸ਼ਬਦ ਨਾਲ ਗੁਰੂ ਸਾਹਿਬ ਉਚਾਰਨ ਕਰ ਦਿੰਦੇ ਨੇ, ਕਿਉਂਕਿ ਇਹ ਇੱਕ ਜ਼ਰੂਰੀ ਚੀਜ਼ ਹੈ ਖਿਆਲ ਰੱਖਣਾ। ਇਹ ਇੱਕ ਜ਼ਰੂਰੀ ਅੰਗ ਹੈ ਕਿ ਇੱਕ ਪਾਸੇ ਸੰਸਾਰ ਵਿੱਚੋਂ ਰਸ ਆ ਰਿਹਾ ਹੈ, ਦੂਜੇ ਪਾਸੇ ਧਰਮ ਦੇ ਵਿੱਚੋਂ ਰਸ ਦੀ ਗੱਲ ਕੀਤੀ ਜਾਏ, ਨਹੀਂ ਤੇ ਬੰਦਾ ਧਾਰਮਿਕ ਨਹੀਂ ਰਹੇਗਾ। ਆ ਤੁਸੀਂ ਹੋਲੀ ਦੇ ਦਿਨਾਂ ਵਿੱਚ ਵੇਖਦੇ ਹੋ ਨਾ, ਲੋਕ ਇੱਕ ਦੂਜੇ ਤੇ ਰੰਗ ਵਗਾਉਂਦੇ ਨੇ, ਕੱਪੜੇ ਰੰਗਦੇ ਨੇ, ਉਹਨੂੰ ਕਹਿੰਦੇ ਨੇ ਫਾਗ ਖੇਡਣਾ। ਹਜ਼ੂਰ ਨਹੀਂ ਸਨ ਖੇਡਦੇ ਤੇ ਕਿਸੇ ਨੇ ਕਹਿ ਦਿੱਤਾ ਤੁਹਾਡਾ ਵੀ ਕੋਈ ਜੀਵਨ, ਤਿਉਹਾਰ ਨਹੀਂ ਮਨਾਉਂਦੇ, ਫਾਗ ਨਹੀਂ ਖੇਡਦੇ। ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕਰ ਦਿੱਤਾ, ਕਹਿਣ ਲੱਗੇ ਆਜ ਹਮਾਰੇ ਬਨੇ ਫਾਗ, ਅਸੀਂ ਅੱਜ ਫਾਗ ਖੇਡਿਆ, ਰੰਗ ਵਗਾਇਆ ਇੱਕ ਦੂਜੇ ਤੇ। ਕਿਹਦੇ ਨਾਲ? ਕਹਿੰਦੇ ਪ੍ਰਭ ਸੰਗੀ, ਰੱਬ ਨਾਲ ਖੇਡੀ ਹੋਲੀ। ਰੱਬ ਨਾਲ ਇੱਕ ਦੂਜੇ ਤੇ ਰੰਗ ਵਗਾ ਕੇ ਵੇਖਿਆ। ਪ੍ਰਭ ਸੰਗੀ ਮਿਲ ਖੇਲਣ ਲਾਗ, ਉਹਦੇ ਨਾਲ ਮੈਂ ਹੋਲੀ ਖੇਡਣਾ। ਤੇ ਇੱਕ ਦਿਨ ਨਹੀਂ, ਅਸੀਂ ਇੱਕ ਦੂਜੇ ਤੇ ਗੁਲਾਲ ਛਿੜਕੀ ਹੀ ਜਾਂਦੇ ਹਾਂ, ਇੱਕ ਦੂਜੇ ਨੂੰ ਰੰਗੀ ਜਾਂਦੇ ਹਾਂ। ਮੇਰੇ ਕਹਿਣ ਦਾ ਮਤਲਬ ਇਹ ਹੈ, ਉਹੀ ਧਰਮ ਹੈ ਜਿਹੜਾ ਸੰਸਾਰ ਦੇ ਰਸਾਂ ਦੇ ਬਰਾਬਰ ਆਪਣਾ ਰਸ ਖੜਾ ਕਰੇ, ਨਹੀਂ ਤੇ ਬੰਦਾ ਧਾਰਮਿਕ ਬਣੇਗਾ ਹੀ ਨਹੀਂ। ਜਿੰਨੇ ਸੰਸਾਰ ਤੋਂ ਧੱਕੇ ਹੋਏ ਨੇ ਉਸ ਧਰਮ ਵਿੱਚ ਇਕੱਠੇ ਹੋ ਜਾਣਗੇ। ਤੁਸੀਂ ਕਦੀ ਵੇਖੋਗੇ ਦੀਵਾਲੀ ਵਾਲੇ ਦਿਨ ਦੀਵੇ ਬਲਣਗੇ, ਲੋਕ ਖੁਸ਼ੀਆਂ ਮਨਾਉਣਗੇ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਹੀ ਕਹਿ ਦੇਣਗੇ, ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ। ਇਹ ਦੀਵਾ ਇਸ ਤਰ੍ਹਾਂ ਬਲਦਾ। ਗੁਰ ਕਾ ਸ਼ਬਦ ਕਰ ਦੀਪ ਕੋ, ਇਹ ਸੱਚ ਕੀ ਸੇਜ ਵਿਛਾਏ ਰੀ, ਆਠ ਪੈਰ ਕਰ ਜੋੜ ਰਹੋ ਤਉ ਭੇਟੈ ਹਰ ਰਾਏ ਰੀ। ਮੇਰਾ ਕਹਿਣ ਦਾ ਭਾਵ, ਜੇ ਹੋਲੀ ਸੰਸਾਰ ਖੇਡਦਾ ਹੈ, ਇੱਧਰ ਰੱਬ ਦੇ ਘਰ ਵਿੱਚ ਵੀ ਹੋਲੀ ਖੇਡੀ ਜਾਂਦੀ ਹੈ। ਜੇ ਉੱਧਰ ਦੀਵਾਲੀ ਮਨਾਈ ਜਾਂਦੀ ਹੈ, ਇੱਧਰ ਦੀਵਾਲੀ ਮਨਾਈ ਜਾਂਦੀ ਹੈ। ਜੇ ਉੱਧਰ ਬਸੰਤ ਮਨਾਈ ਜਾਂਦੀ ਹੈ, ਪਤੰਗ ਉੱਡਦੇ ਨੇ, ਇੱਧਰ ਸੱਚੇ ਪਾਤਸ਼ਾਹ ਨੇ ਕਿਹਾ ਬਨਸਪਤ ਮੌਲੀ ਚੜ੍ਹਿਆ ਬਸੰਤ, ਇਹ ਮਨ ਮੌਲਿਆ ਸਤਿਗੁਰ ਸੰਗ, ਤੁਮ ਸਾਚ ਧਿਆਵੋ ਮੁਗਧ ਬਣਾ, ਤਾਂ ਫਲ ਪਾਵੋ ਮੇਰੇ ਮਨਾ। ਬਸੰਤ ਦਾ ਵੀ ਬਦਲ ਦਿੱਤਾ, ਧਰਮ ਦਾ ਬਦਲ ਦਿੱਤਾ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ। ਕਹਿਣ ਤੋਂ ਭਾਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਮੈਂ ਗੱਲ ਕਰ ਰਿਹਾ ਸੀ ਪ੍ਰਤੱਖ ਸ੍ਰਿਸ਼ਟੀ ਗਿਆਨ ਤੇ ਗੈਬੀ ਸ੍ਰਿਸ਼ਟੀ ਦਾ ਗਿਆਨ। ਦੋ ਤਰ੍ਹਾਂ ਦਾ ਗਿਆਨ ਹੈ ਧਾਰਮਿਕ ਪੁਰਸ਼ ਦੇ ਜੀਵਨ ਵਿੱਚ। ਜਿਹੜਾ ਤੀਜੀ ਤਲ ਦਾ ਆਦਮੀ ਹੈ, ਜਿਹੜਾ ਸਿਰਫ ਆਪਣੇ ਸਰੀਰ ਦੇ ਜੀਵਨ ਨੂੰ ਸਿਰਫ ਖਾ ਪੀ ਕੇ ਗੁਜ਼ਾਰ ਜਾਂਦਾ ਹੈ, ਉਹ ਇਹਨਾਂ ਦੋਵਾਂ ਗਿਆਨਾਂ ਤੋਂ ਵਾਂਝਾ ਰਹਿ ਜਾਂਦਾ ਹੈ। ਪ੍ਰਤੱਖ ਸ੍ਰਿਸ਼ਟੀ ਦਾ ਗਿਆਨ ਮੈਂ ਪਹਿਲਾਂ ਵੀ ਪਿਛਲੇ ਵਿਸ਼ੇ ਵਿੱਚ ਵੀ ਤੁਹਾਡੇ ਨਾਲ ਬਿਆਨ ਕੀਤਾ ਹੈ, ਜਿਹਦੀ ਅੱਖ ਖੁੱਲ੍ਹਦੀ ਹੈਰਾਨ ਹੋ ਜਾਂਦਾ ਸੰਸਾਰ ਬਣਿਆ ਕਿਵੇਂ ਹੈ। ਉਹ ਇਹਨੂੰ ਵੇਖ ਵੇਖ ਕੇ ਹੈਰਾਨ ਹੋ ਜਾਂਦਾ ਹੈ। ਪਰ ਸਤਿਗੁਰੂ ਨੇ ਉਹਨਾਂ ਨੂੰ ਸੁਚੇਤ ਕੀਤਾ, ਜਿਨ੍ਹਾਂ ਨੇ ਕਿਹਾ ਜਿੰਨੇ ਆਕਾਸ਼ ਅਸੀਂ ਵੇਖੇ ਨੇ ਓਨੇ ਹੀ ਨੇ, ਜਿਨ੍ਹਾਂ ਨੇ ਕਿਹਾ ਜਿੰਨੇ ਪਤਾਲ ਅਸੀਂ ਵੇਖੇ ਨੇ ਉਤਨੇ ਹੀ ਨੇ। ਸਾਹਿਬ ਨੇ ਕਿਹਾ ਨਹੀਂ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ।
केता तान सवालिओ रूप, ਉਹਦੇ ਅੰਦਰ ਕਿੰਨੀ ਕੁ ਸ਼ਕਤੀ ਹੈ ਤੇ ਉਹਦਾ ਰੂਪ ਸਵਾਲਿਓ ਦਾ ਅਰਥ ਹੈ ਕਿੰਨਾ ਕੁ ਸੋਹਣਾ ਹੈ। ਕੇਤੀ ਦਾਤ, ਉਹਦੇ ਕੋਲ ਖਜ਼ਾਨੇ ਕਿੰਨੇ ਕੁ ਨੇ। ਜਾਣੇ ਕੌਣ ਕੂਤ, ਕੂਤ ਦਾ ਅਰਥ ਹੈ ਤੋਲਣ ਵਾਲਾ, ਮਿਣਨ ਵਾਲਾ। ਕੌਣ ਹੈ ਜਿਹਨੇ ਅੱਜ ਤੱਕ ਮਿਣਿਆ। ਇਹ ਸਾਰੀਆਂ ਜਿਹੜੀਆਂ ਵਿਆਖਿਆਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਈਆਂ, ਇਹ ਕਾਹਦੇ ਵਾਸਤੇ ਸਨ। ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸੀ, ਇਹਦੇ ਨਾਲ ਦੇ ਮਿਲਦੇ ਪ੍ਰਮਾਣ ਮੇਰੇ ਕੋਲ ਬਹੁਤ ਨੇ, ਮੈਂ ਤੁਹਾਨੂੰ ਉਸ ਤਰ੍ਹਾਂ ਰੱਟ ਕੇ ਸੁਣਾ ਵੀ ਦਿਆਂਗਾ। ਪਰ ਇਹ ਸਾਰੀਆਂ ਚੀਜ਼ਾਂ ਵਿੱਚ ਕਿਉਂ ਦਿੱਤੀਆਂ ਵੀ ਸ੍ਰਿਸ਼ਟੀ ਦਾ ਅੰਤ ਕੋਈ ਨਹੀਂ, ਸ੍ਰਿਸ਼ਟੀ ਦਾ ਅੰਤ ਕੋਈ ਨਹੀਂ। ਵਾਰ-ਵਾਰ ਸਿੱਖ ਨੂੰ ਕਿਹਾ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ, ਤੂੰ ਨਹੀਂ ਜਾਣ ਸਕਦਾ, ਤੇਰੇ ਤੋਂ ਨਹੀਂ ਜਾਣਿਆ ਜਾਂਦਾ, ਤੇਰੀ ਬੁੱਧੀ ਬੜੀ ਛੋਟੀ। ਕਿਉਂ ਕਿਹਾ? ਇੱਕ ਬੜਾ ਵੱਡਾ ਸਵਾਲ ਹੈ। ਇੱਕ ਹੁੰਦਾ ਵਿਸ਼ਾ ਬੋਲਣਾ, ਆਪਾਂ ਕਥਾ ਕਰਨੇ ਆ, ਕਥਾ ਸਿੱਖਣੇ, ਬੜੀਆਂ ਚੀਜ਼ਾਂ ਨੇ। ਕਈ ਵਾਰੀ ਅਸੀਂ ਇੱਕ ਥਾਂ ਤੇ ਰੁਕ ਜਾਂਦੇ ਹਾਂ ਵੀ ਗਿੱਟੇ ਗਿੱਟੇ ਪਾਣੀ ਆਇਆ, ਬਸ ਇਹੀ ਨਦੀ ਹੈ। ਨਹੀਂ, ਉਹਦੇ ਤੋਂ ਅੱਗੇ ਹੋਰ ਹੈ, ਉਹਦੇ ਤੋਂ ਅੱਗੇ ਹੋਰ ਹੈ। ਜਿਹੜੇ ਵਿਸ਼ੇ ਨੇ ਅਸੀਂ ਉਹਨਾਂ ਦੇ ਨਾਲ ਜਿਵੇਂ ਪ੍ਰਮਾਣ ਲੈ ਕੇ ਵਿਆਖਿਆ ਕਰਨੇ, ਉਹ ਇੱਕ ਤਰੀਕਾ ਹੈ, ਪਰ ਉਸ ਵਿਸ਼ੇ ਦਾ ਪ੍ਰਯੋਜਨ ਕੀ ਉਹ ਲੱਭਣਾ ਹੈ ਦੂਜਾ ਤਰੀਕਾ। ਹੁਣ ਇਹ ਵਿਸ਼ਾ ਬੜਾ ਆਵੇਗਾ ਗੁਰਬਾਣੀ ਵਿੱਚ। ਮੈਂ 7-8 ਸ਼ਬਦ ਤੁਹਾਨੂੰ ਸਾਂਝੇ ਵੀ ਕਰ ਦਿਆਂ ਬਈ, ਜਿਨ੍ਹਾਂ ਦੇ ਵਿੱਚ ਕਿਹਾ ਗਿਆ ਬਈ ਕੋਈ ਅੰਤ ਨਹੀਂ ਹੈ, ਉਹ ਇਹਦੇ ਵਿਸ਼ੇ ਦੇ ਨਾਲ ਮਿਲਦੇ ਹੋਣਗੇ। ਪਰ ਸਵਾਲ ਇੱਕ ਪੈਦਾ ਹੁੰਦਾ ਹੈ, ਮਹਾਰਾਜ ਤੁਸੀਂ ਸ੍ਰਿਸ਼ਟੀ ਦਾ ਗਿਆਨ ਦੇ ਰਹੇ ਹੋ, ਖਗੋਲਿਕ ਸ਼ਾਸਤਰੀ ਹੋ, ਤੁਸੀਂ ਬ੍ਰਹਿਮੰਡ ਬਾਰੇ ਕੋਈ ਡਿਗਰੀ ਕਰਨੀ ਹੈ ਜਾਂ ਸਿੱਖਾਂ ਨੂੰ ਪੜ੍ਹਾਉਣਾ ਹੈ ਵੀ ਸੂਰਜ ਇਸ ਤਰ੍ਹਾਂ ਉੱਗਦਾ ਜਾਂ ਬੱਦਲ ਇਸ ਤਰ੍ਹਾਂ ਬਣਦਾ। ਇਹ ਤੁਸੀਂ ਇੱਕ ਸਾਇੰਸਦਾਨ ਹੋ ਕਿ ਧਾਰਮਿਕ ਅਧਿਆਤਮਿਕ ਆਗੂ ਹੋ? ਇਹ ਇੱਕ ਬੜਾ ਵੱਡਾ ਸਵਾਲ ਹੈ। ਕਿਉਂ ਕਿਹਾ ਸਿੱਖ ਨੂੰ ਵੀ ਤੂੰ ਅੰਤ ਨਹੀਂ ਪਾਏਗਾ, ਤੂੰ ਅੰਤ ਨਹੀਂ ਪਾਏਗਾ? ਇੱਕੋ ਹੀ ਪ੍ਰਯੋਜਨ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਕਿ ਮਨੁੱਖ ਦੀ ਬੁੱਧੀ 100% ਮੰਨ ਜਾਏ ਕਿ ਮੇਰੇ ਅੰਦਰ ਕੋਈ ਵੀ ਐਸੀ ਪਾਇਆ ਨਹੀਂ, ਕੋਈ ਸ਼ਕਤੀ ਨਹੀਂ ਜਿਹਦੇ ਨਾਲ ਮੈਂ ਕੁਝ ਵੀ ਪ੍ਰਾਪਤ ਕਰ ਸਕਾਂ। ਇਹ ਉਹਦੇ ਅੰਦਰ 100% ਜਾਗ ਪਵੇ, ਮੈਂ ਕੁਝ ਨਹੀਂ ਕਰ ਸਕਦਾ, ਮੇਰੇ ਤੋਂ ਕੁਝ ਨਹੀਂ ਹੋ ਸਕਦਾ, ਮੈਂ ਕੁਝ ਨਹੀਂ ਜਾਣ ਸਕਦਾ। ਇਹ ਸਥਿਤੀ ਬਣਾਉਣ ਵਾਸਤੇ ਸਾਰੀਆਂ ਗੱਲਾਂ ਕੀਤੀਆਂ ਗਈਆਂ ਵੀ ਨਾ ਤੂੰ ਆਪਣਾ ਪਰਿਵਾਰ ਪਾਲ ਸਕਣਾ, ਉਹ ਵੀ ਰੱਬ ਪਾਲ ਰਿਹਾ ਹੈ, ਉਹ ਹੀ ਚਲਾ ਰਿਹਾ। ਨਾ ਤੂੰ ਆਪਣਾ ਸਰੀਰ ਸਵਾਸ ਚਲਾ ਸਕਣਾ, ਇਹ ਵੀ ਉਹ ਹੀ ਚਲਾ ਰਿਹਾ ਹੈ। ਨਾ ਤੂੰ ਧਨ ਕਮਾ ਸਕਣਾ, ਇਹ ਵੀ ਉਹ ਹੀ ਤੈਨੂੰ ਦੇ ਰਿਹਾ, ਉਹਦੀ ਬਖਸ਼ਿਸ਼ ਤੂੰ ਨਹੀਂ ਕਰ ਸਕਦਾ। ਨਾ ਤੂੰ ਕੁਝ ਜਾਣ ਸਕਣਾ, ਨਾ ਤੇਰੇ ਜਪ ਨਾਲ ਕੁਝ ਹੋਣਾ, ਨਾ ਤੇਰੇ ਤਪ ਨਾਲ ਕੁਝ ਹੋਣਾ, ਨਾ ਤੇਰੀ ਸੇਵਾ ਨਾਲ ਕੁਝ ਬਣੇਗਾ। ਇਹ ਵਿਸ਼ੇ ਸਾਰੇ ਤਾਂ ਦਿੱਤੇ ਕਿਉਂਕਿ ਸਾਡੇ ਅੰਦਰ ਇੱਕ ਬੜਾ ਪੁਰਾਣਾ ਬੁਖਾਰ ਚੜਿਆ ਹੋਇਆ, ਪੁਰਾਣਾ ਰੋਗ। ਉਹਨੂੰ ਗੁਰੂ ਸਾਹਿਬ ਨੇ ਕਿਹਾ ਦੀਰਘ ਰੋਗ। ਹਉਮੈ ਦੀਰਘ ਰੋਗ ਹੈ, ਬੜਾ ਪੁਰਾਣਾ ਰੋਗ ਹੈ, ਅੰਦਰ ਗਹਿ ਚੁੱਕਾ ਹੈ, ਅੰਦਰ ਬੈਠ ਗਿਆ, ਉਹ ਨਿਕਲਦਾ ਨਹੀਂ। ਆਦਮੀ ਇਹ ਮੰਨਦਾ ਹੀ ਨਹੀਂ ਕਿ ਮੇਰੇ ਜਾਣਨ ਤੋਂ ਬਿਨਾਂ ਵੀ ਕੁਝ ਰਹਿ ਸਕਦਾ ਹੈ, ਤੇ ਜਿੰਨਾ ਚਿਰ ਇਹ ਗੰਦਗੀ ਅੰਦਰ ਰਹਿੰਦੀ ਏ ਉਨਾ ਚਿਰ ਗੁਰੂ ਨੂੰ ਪੈਰ ਧਰਨ ਵਾਸਤੇ ਥਾਂ ਨਹੀਂ ਲੱਭਦੀ, ਕਿਉਂਕਿ ਰੱਬ ਨੂੰ ਸਾਰਿਆਂ ਤੋਂ ਜ਼ਿਆਦਾ ਬਦਬੂ ਹਉਮੈ ਵਿੱਚੋਂ ਆਉਂਦੀ ਹੈ। ਜਿਵੇਂ ਬੰਦੇ ਨੂੰ ਆਪੋ ਆਪਣੇ ਤਰੀਕੇ ਨਾਲ ਬਦਬੂ ਆਉਂਦੀ ਨਾ, ਅਕਾਲ ਪੁਰਖ ਨੂੰ ਬਦਬੂ ਆਉਂਦੀ ਹੈ ਹਉਮੈ ਵਿੱਚੋਂ। ਇਸ ਸਾਰੇ ਹੰਕਾਰ ਨੂੰ ਤੋੜਨ ਵਾਸਤੇ ਗੁਰੂ ਸਾਹਿਬ ਕਹਿ ਰਹੇ ਨੇ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ, ਤਾਂ ਕਿ ਸਾਡਾ ਜਿਹੜਾ ਮਨ ਹੈ ਉਹ ਬੜਾ ਕੁਝ ਜਾਣ ਕੇ ਵੀ ਅੰਦਰੋਂ ਕਹਿ ਦੇ ਵੀ ਮੈਂ ਕੁਝ ਨਹੀਂ ਕਰ ਸਕਦਾ। ਕਬੀਰ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ ਅੰਦਰ ਮੰਨ ਗਿਆ ਕਬੀਰ ਕੁਝ ਨਹੀਂ ਕਰ ਸਕਦਾ। ਇਹ ਕਿਤੇ ਬਣ ਜਾਏ, ਸਾਰੇ ਕੀਤੇ ਹੋਏ ਜਪ ਤਪ ਸਫਲ ਹੋ ਜਾਣ, ਮਨ ਨਹੀਂ ਸਾਡਾ ਮੰਨਦਾ, ਅੰਦਰ ਨਹੀਂ ਕਦੀ ਝੁਕਦਾ, ਸਾਰੀ ਉਮਰ
ਅਸੀਂ ਹੰਕਾਰ ਨੂੰ ਪੱਠੇ ਆਪਣੇ ਨੂੰ ਪਾਉਂਦੇ ਰਹਿੰਦੇ ਹਾਂ, ਉਹਨੂੰ ਬਚਾ ਬਚਾ ਕੇ ਰੱਖਦੇ ਹਾਂ, ਇਹ ਨਾ ਕਿਤੇ ਮਰ ਜਾਏ। ਆਪਣੇ ਨਾਂ ਨਾਲ ਸਾਡੀ ਹਉਮੈ ਜੁੜ ਗਈ ਹੈ, ਆਪਣੇ ਨਾਮ ਨਾਲ ਸਾਡੇ ਰਸ ਜੁੜ ਗਏ ਨੇ। ਉਸ ਬੁੱਧੀ ਨੂੰ, ਜਿਹੜੀ ਬੁੱਧੀ ਹੰਕਾਰ ਦੇ ਨਾਲ ਮੈਲੀ ਹੋ ਚੁੱਕੀ ਏ, ਸਤਿਗੁਰੂ ਉਸ ਬੁੱਧੀ ਨੂੰ ਤੋੜਨ ਵਾਸਤੇ ਇੱਕ ਖਿਆਲ ਦਿੰਦੇ ਹੋਏ ਬਚਨ ਕਹਿੰਦੇ, ਆਪ ਆਪਣੀ ਬੁੱਧ ਹੈ ਜੇਤੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਾਣੀ ਸਿੱਖ ਨੂੰ ਰੋਜ਼ ਪੜ੍ਹਨ ਵਾਸਤੇ ਦਿੰਦੇ ਨੇ, ਔਰ ਇਹ ਗੱਲ ਕਹਿੰਦੇ ਨੇ, ਗੁਰਸਿੱਖਾ ਹੋ ਸਕਦਾ ਰੱਬ ਨੇ ਤੈਨੂੰ ਬੜੀ ਬੁੱਧੀ ਦਿੱਤੀ ਹੋਵੇ, ਤੂੰ ਕਿਸੇ ਨਾ ਕਿਸੇ ਖਿੱਤੇ ਵਿੱਚ ਬਹੁਤ ਸਿਆਣਾ ਹੋ ਸਕਣਾ, ਤੇਰੇ ਕੋਲ ਗਿਆਨ ਹੋਵੇ, ਤੇਰੇ ਕੋਲ ਵਿੱਦਿਆ ਹੋਵੇ, ਧਨ ਕਮਾਉਣ ਦੀ ਕਲਾ ਹੋਵੇ, ਤੂੰ ਸ਼ਸਤਰਧਾਰੀ ਹੋਵੇਂ, ਤੇਰੇ ਕੋਲ ਸ਼ਸਤਰਾਂ ਦਾ ਗਿਆਨ ਵੀ ਹੋਵੇ, ਤੂੰ ਬੜਾ ਵੱਡਾ ਸੰਗੀਤਕਾਰ ਵੀ ਹੋਵੇਂ, ਤੂੰ ਵਿਆਖਿਆਕਾਰ ਹੋਵੇਂ, ਤੂੰ ਸੂਰਮਾ ਬੜਾ ਹੋਵੇਂ, ਕੋਈ ਵੀ ਕਲਾ ਹੋਵੇ, ਇਹ ਸਾਰਾ ਕੁਝ ਕਰ ਲਈ, ਪਰ ਇੱਕ ਵਾਰੀ ਰੋਜ਼ ਅੰਦਰੋਂ ਕਹਿ ਦਈ, ਇਹ ਬੁੱਧੀ ਮੇਰੀ ਨਹੀਂ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਹਜ਼ੂਰ ਕਹਿੰਦੇ ਨੇ ਉਹਦਾ ਅੰਤ ਕੋਈ ਨਹੀਂ ਹੈ, ਜਿੰਨੀ ਜਿੰਨੀ ਕਿਸੇ ਨੂੰ ਉਹਨੇ ਬੁੱਧੀ ਦਿੱਤੀ ਹੈ, ਉਸ ਹਿਸਾਬ ਨਾਲ ਹੀ ਉਹ ਬੋਲਦਾ ਹੈ, ਉਹਨੂੰ ਸਮਝਦਾ ਹੈ, ਪਰ ਉਸ ਨੂੰ ਚਾਹੀਦਾ ਹੈ ਆਪਣੀ ਬੁੱਧੀ ਨੂੰ ਕਦੀ ਵੀ ਪੂਰਾ ਨਾ ਸਮਝੇ। ਵਰਨਤ, ਵਰਨਤ ਦਾ ਅਰਥ ਹੈ ਵਰਣਨ ਕਰਨਾ, ਭਿੰਨ ਦਾ ਅਰਥ ਹੈ ਵੱਖਰੀ ਵੱਖਰੀ। ਹੁਣ ਇਹ ਇੱਕ ਬੜਾ ਅਜੀਬ ਤਰੀਕਾ ਹੈ ਸੰਸਾਰ ਵਿੱਚ, ਜਿੰਨੇ ਵੀ ਧਾਰਮਿਕ ਅਵਤਾਰ ਹੋਏ ਨੇ ਸਾਰਿਆਂ ਦੀ ਵਿਆਖਿਆ ਵੱਖਰੀ ਵੱਖਰੀ ਹੈ, ਇਸ ਲਈ ਗੁੰਝਲਦਾਰ ਹੈ ਬੜਾ, ਇਹ ਵਿਸ਼ਾ ਸਮਝ ਨਹੀਂ ਆਉਂਦਾ। ਕਈ ਵਾਰੀ ਕਹਿੰਦੇ ਵੀ ਕੱਲ ਦੀ ਕਥਾ ਵਿੱਚ ਤਾਂ ਇਹ ਕਿਹਾ ਸੀ, ਅੱਜ ਦੀ ਵਿੱਚ ਬਦਲ ਗਿਆ ਥੋੜ੍ਹਾ ਜਿਹਾ, ਇਹ ਕੁਝ ਮਜਬੂਰੀਆਂ ਨੇ, ਫਰਕ ਹੈ, ਵੱਖਰਾ ਹੈ, ਕਿਉਂਕਿ ਪੁਰਾਣਾ ਸਿਰਫ ਆਹ ਹੀ ਜੀਵਨ ਹੈ ਜਿਹਦੇ ਵਿੱਚ ਅਸੀਂ ਜੀ ਰਹੇ ਹਾਂ। ਅਕਾਲ ਪੁਰਖ ਸਾਹਿਬ ਮੇਰਾ ਨੇਤ ਨਵਾਂ, ਉੱਥੋਂ ਤੇ ਨਵੀਂ ਗੱਲ ਆ ਸਕਦੀ, ਹੋਰ ਅਰਥ ਖੁੱਲ੍ਹ ਸਕਦਾ, ਕੋਈ ਹੋਰ ਗੱਲ ਸ਼ੁਰੂ ਹੋ ਸਕਦੀ। ਤਾਂ ਵੱਖਰੀਆਂ ਵੱਖਰੀਆਂ ਜਦੋਂ ਵਿਆਖਿਆ ਹੋਈਆਂ ਤੇ ਸੁਣਨ ਵਾਲੇ ਦੁਬਿਧਾ ਵਿੱਚ ਵੀ ਪਏ, ਅੱਜ ਤੱਕ ਵੀ ਪੈਂਦੇ ਰਹੇ ਨੇ। ਇੱਕ ਨੇ ਤੇ ਇਹ ਕਿਹਾ ਸੀ, ਦੂਜੇ ਨੇ ਇਹ ਕਹਿ ਦਿੱਤਾ, ਸਮਝ ਨਹੀਂ ਆਉਂਦੀ, ਬਹੁਤੇ ਤੇ ਇਹਨੂੰ ਛੱਡ ਹੀ ਦਿੰਦੇ ਨੇ, ਕਹਿੰਦੇ ਛੱਡੋ ਪਰ ਆਏ, ਤੇ ਗੱਲ ਕੋਈ ਸਮਝ ਵਿੱਚ ਆ ਹੀ ਨਹੀਂ ਰਹੀ। ਇਸ ਲਈ ਹਰ ਇੱਕ ਧਰਮ ਸਹਿਜੇ ਸਹਿਜੇ ਰਵਾਇਤਾਂ ਦੀ ਇੱਕ ਲਾਈਨ ਦੇ ਵਿੱਚ ਵੱਜ ਜਾਂਦਾ ਹੈ। ਜਿੰਨੇ ਧਰਮ ਹੋਏ ਨੇ ਉਹਨਾਂ ਦੀ ਆਰੰਭਤਾ ਜਿਹੜੀ ਹੈ ਉਹ ਤੇ ਹੋਰ ਤਰ੍ਹਾਂ ਦੀ ਹੁੰਦੀ, ਜਾਗਣ ਵਾਲੀ, ਸਿਮਰਨ ਵਾਲੀ, ਨਾਮ ਵਾਲੀ। ਜਦੋਂ ਉਹਦੇ ਵਿੱਚੋਂ ਕੋਈ ਸਮਝ ਨਹੀਂ ਨਾ ਆਉਂਦੀ, ਪਕੜ ਨਹੀਂ ਆਉਂਦੀ, ਤਾਂ ਫਿਰ ਆਦਮੀ ਇਹਨਾਂ ਰਵਾਇਤਾਂ ਨੂੰ ਧਰਮ ਸਮਝ ਲੈਂਦਾ ਹੈ। ਇਹਨਾਂ ਗੱਲਾਂ ਦੇ ਵਿੱਚ ਗੇੜੇ ਜਿਹਾ ਕੱਢੀ ਜਾਂਦਾ, ਉਹਨੂੰ ਕਹਿੰਦਾ ਠੀਕ ਹੈ। ਕੌਣ ਇਹ ਇੰਨੀਆਂ ਗੱਲਾਂ ਨੂੰ ਕੌਣ ਸਮਝੇ ਤੇ ਕੌਣ ਕਰੇ? ਫਿਰ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ, ਕਹਿਣ ਲੱਗੇ ਸਮਝ ਨਹੀਂ ਸਕਦਾ ਤੇ ਗੁਰੂ ਨੂੰ ਆਪਣਾ ਆਪ ਸੌਂਪ ਦੇ, ਕਿਉਂਕਿ ਸਮਝ ਕੇ ਵੀ ਤੂੰ ਆਪਣਾ ਆਪ ਹੀ ਸੋਚਣਾ ਹੈ। ਤੇ ਆਪਣੇ ਅੰਦਰੋਂ ਇੱਕ ਗੱਲ ਕਹਿ ਦੇ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਜਿੰਨੀਆਂ ਵਿਆਖਿਆਵਾਂ ਨੇ ਇਹ ਵੱਖਰੀਆਂ ਵੱਖਰੀਆਂ ਤਾਂ ਨੇ, ਤੂੰ ਮਹਾਨ ਬੜਾ ਹੈ। ਕਿਸੇ ਨੇ ਤੈਨੂੰ 1 ਫੁੱਟ ਵੇਖਿਆ, ਉਹਨੇ 1 ਫੁੱਟ ਦੀ ਵਿਆਖਿਆ ਕਰਨੀ ਹੈ। ਹੁਣ ਸਾਹਮਣੇ ਮੰਜ਼ਿਲ ਖੜੀ ਹੈ, ਜਿਸ ਬੰਦੇ ਨੂੰ 1 ਮੰਜ਼ਿਲ ਦਿਸਦੀ ਉਹ ਪਹਿਲੀ ਮੰਜ਼ਿਲ ਦੀ ਵਿਆਖਿਆ ਕਰੇਗਾ, ਇਹ ਦਰਵਾਜ਼ੇ ਨੇ, ਇੱਧਰ ਬਾਰੀ। ਤੇ ਉਹ ਇਮਾਰਤ ਜੇ 10 ਮੰਜ਼ਲੀ ਹੈ, ਜਿਹਦੀ ਦ੍ਰਿਸ਼ਟੀ 10ਵੇਂ ਹਿੱਸੇ ਤੱਕ ਜਾਂਦੀ ਹੈ, ਉਹਨੇ 10 ਦੀ ਵਿਆਖਿਆ ਕਰ ਲੈਣੀ। ਪਰ ਇੱਕ ਵਾਲਾ ਕਹੇਗਾ ਵੀ 1 ਹੀ ਮੰਜ਼ਿਲ ਹੈ, ਦੂਸਰੀ ਨਹੀਂ। ਇਸ ਤਰ੍ਹਾਂ ਹਜ਼ੂਰ ਕਹਿੰਦੇ ਵਰਨਤ ਭਿੰਨ ਭਿੰਨ ਤੋਹੇ ਤੇਤੀ। ਫਿਰ ਕਹਿੰਦੇ ਤੁਮਰਾ ਲਖਾ ਨਾ ਜਾਏ ਪਸਾਰਾ। ਇਹ ਪਸਾਰ ਤੁਹਾਡਾ ਵੇਖੇ ਨਹੀਂ ਜਾ ਸਕਦਾ ਕਿੰਨਾ ਕੁ ਹੈ, ਕੋਈ ਅੰਤ ਨਹੀਂ। ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ। ਜੀਵਾਂ ਦੇ ਵਿੱਚ ਜੀਵ ਨੇ, ਬੀਜ ਬੀਜ ਦੇਖਿਓ ਅਨੇਕ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਪਸਾਰੇ ਦਾ ਅੰਤ ਹੀ ਕੋਈ ਨਹੀਂ, ਕੋਈ ਅੰਤ ਨਹੀਂ ਲੱਭਦਾ। ਤੁਸੀਂ ਵੇਖੋ, ਇਹ ਮੈਂ ਤੁਕ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚੋਂ ਪੜ੍ਹੀ ਹੈ। ਹਜ਼ੂਰ ਕਹਿੰਦੇ ਵੇਖੋ ਹੈਰਾਨੀ ਦੀ ਗੱਲ,
एक रुख नूं एक फल लगा है, उस फल दे विच जिस रुख दे नाल वो फल लगा होया है, उस फल दे उस अंब दे अंदर एक अंब दा रुख होर बैठा है। जिवें एक अंब नूं अंब दे रुख नूं अंब दा फल लगा है, कहंदे उस अंब वल झाती मारो, उस अंब दे फल दे अंदर एक अंब दा रुख है। फिर उहनूं जमीन विच बीजने तो उहनूं हज़ारां अंब अगों होर फल लग जांदे ने। उन्हां हज़ारां फलां दे विच फिर एक एक अंब दा रुख है, होर है, फिर उन्हां नूं होर हज़ारां। इस तरह अगे दी अगे ये सिस्टम जिहड़ा बहुत अगे दी अगे वधदा जांदा है। ते सच्चे पातशाह जी कहंदे ने ये बीज बीज देखियो अनेक प्रकारा, कई प्रकार नाल बीज बीज के वेखिए ते जिथों फल तो गल शुरू हुंदी है फल ते आके फिर खत्म हो जाती है। एक शरीर दे विच दूसरे शरीर, दूसरे शरीर दे विच जिवें हजूर ने कहा ना, नार मैं पुरख, इस्त्री दे विच पुरख है, पुरख दे विच इस्त्री है। ये उहदी कुदरत दा करिश्मा दस के ताकि बंदे दी बुद्धि चकित हो जाए, हैरान हो जाए, प्रभावित हो जाए, खुले इहदा दिमाग जिहड़ा हिसाबां किताबां दी दुनिया विच फसिया होया है। बस इहदे वास्ते है। मैं एक विशा शुरू विच लिया सी भी गुरु साहब कोई ब्रह्मंड दे शास्त्री ते नहीं, भी ब्रह्मंड विच की हो रहा, क्यों फिर कहिंदे ने गल्लां भी वेख किवें ब्रह्मंड चलदा। धरती की गल कर रहे हैं भी धरती के थले होर धरती, उहदे तो थले होर धरती, क्यों करते हैं? सिर्फ इस वास्ते कि साडा दुख है साडा हिसाब किताब बुद्धि का। ये सिख किते थोड़े समय वास्ते हिसाब किताब की कैद विचों खुले थां ते निकले, बुद्धि दे उस हिस्से नूं पार कर जाए जिथे चीज़ां मिणियां जांदियां ने, जिथे तोलियां जांदियां ने, जिथे हिसाब लाईदा है। इथों बाहर निकले तो उहदे बाहरले पासे है नाम की दुनिया, जिथे हिसाब नहीं चलता। वैसे भी तुसी जिंदगी में झाती मार के वेखो, बंदा संसार के तौर पर भी उदण ही सुखी हुंदा है थोड़े समय वास्ते जिदण उहदी बुद्धि हिसाबां किताबां विचों बाहर निकल जाती है। आ जिहड़े सज्जन शाम नूं ज्यों ज्यों सूरज ढलदा है सारा दिन अपना काम करते ने, दुकानां ते दौड़ते भजते ने, बिजनेस करते, शाम नूं वो क्यों दौड़ते ने नशे वल? उहदा की कारण है? वो क्यों शराब वल भजते ने जां नशे वल? वो किहड़ी लोड़ है उन्हां दी? सिर्फ उन्हां दी लोड़ ये है भी सारा दिन हो गया हिसाब करदिआं, हिसाबां दी कैद दे विच रहिंदिआं बुद्धि फस के तंग हो गई। आ थोड़ा जिहा झूठा नशा पाइए शरीर दे अंदर ते बुद्धि जिहड़ी थोड़ी जी बंद हो जाए, विचारां विचों निकल जाइए। विचार बंद करने वास्ते है, भावें कि वो गलत तरीका है पर है इहदे वास्ते ही। सच जानो ये बड़ा औखा विचार बंद करने। बड़े बड़े जगियासू ने जिन्हां दे कई बारी फोन भी आउंदे ने जां वैसे भी आउंदे ने, वो इक्को सवाल बहुत करते ने बई जिवें गुरबाणी विच कहा है जां कथा विच सुनिया है, असी करना तो शुरू किया है पर बड़े तंग हो गए, ख्याल बड़े आउंदे ने। मैं कहा भी ये तुहानूं कल्लिआं नूं नहीं आउंदे, ये तो वड्डे वड्डे सिद्धां नूं भी आउंदे रहे। ये ख्याल ही तो आउंदे सन, तां ही उन्होंने इन्नी जलन इन्नी डिगी हुई चीज़ वरतनी शुरू कर दी, शराब पीना शुरू कर दिता। गुरु नानक साहब नानक मते गए ने, उत्थों के योगी सिद्ध जिहड़े शराब की वरतों करते सन, ਉਹਦੇ ਪਿੱਛੇ ਆ ਹੀ ਮਸਲਾ ਲੁਕਿਆ ਹੋਇਆ ਸੀ। ਜਦੋਂ ਧਿਆਨ ਲਾਉਣ ਲੱਗਦੇ ਸਨ ਖਿਆਲ ਤੇਜ਼ ਹੋ ਜਾਂਦੇ ਸਨ, ਖਿਆਲ ਵੱਧ ਜਾਂਦੇ ਸਨ। ਇਸ ਕਰਕੇ ਖਿਆਲ ਬੰਦ ਹੋ ਜਾਣ ਕੋਈ ਛੋਟੀ ਜਿਹੀ ਗੱਲ ਨਹੀਂ, ਇਹ ਤੇ ਪੂਰਨ ਕਿਰਪਾ ਹੈ। ਇਹ ਤੇ ਅਖੀਰ ਤੇ ਜਾ ਕੇ ਹੋ ਸਕਦਾ ਹੈ। ਇਹਦੇ ਤੇ ਬੜੇ ਬੜੇ ਵੱਡੇ ਸਾਧਕ ਵੀ ਖਿਆਲਾਂ ਦੀ ਦੁਨੀਆ ਵਿੱਚ ਫਸੇ ਰਹੇ, ਕਿਉਂਕਿ ਜਿੱਦਣ ਖਿਆਲ ਬੰਦ ਹੋ ਗਏ ਉਦਣ ਤੇ ਸੱਚਖੰਡ ਸਾਹਮਣੇ ਆ ਗਿਆ। ਇਹ ਖਿਆਲ ਹੀ ਤੇ ਸੰਸਾਰ, ਇਹ ਖਿਆਲ ਹੀ ਤੇ ਨਰਕ ਹੈ। ਵਿਚਾਰਾਂ ਦਾ ਹੀ ਤੇ ਦੁੱਖ ਹੈ, ਮਨੁੱਖ ਨੂੰ ਹੋਰ ਕਾਹਦਾ ਦੁੱਖ ਹੈ। ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਖਿਆਲਾਂ ਦੀ ਦੁਨੀਆ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਨੇ। ਬੁੱਧੀ ਸੋਚਦੀ ਰਹਿੰਦੀ ਹੈ, ਹੈਰਾਨ ਹੁੰਦੀ ਰਹਿੰਦੀ ਹੈ, ਕਲਪਦੀ ਰਹਿੰਦੀ, ਦੁਖੀ ਹੁੰਦੀ ਰਹਿੰਦੀ।
ਤਾਂ ਸਾਹਿਬ ਕਹਿੰਦੇ ਤੁਮਰਾ ਲਖਾ ਨਾ ਜਾਏ ਪਸਾਰਾ, ਤੁਹਾਡੇ ਪਸਾਰੇ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਕਹਿੰਦੇ ਕਿਹ ਬਿਦ ਸਜਾ ਪ੍ਰਿਥਮ ਸੰਸਾਰਾ, ਕਿਹ ਦੇ ਅਰਥ ਨੇ ਕਿਵੇਂ, ਬਿਦ ਦੇ ਅਰਥ ਨੇ ਤਰੀਕਾ, ਸਜਾ ਸਾਜਣਾ ਕੀਤੀ ਹੈ। ਪ੍ਰਥਮ ਪਹਿਲੀ ਵਾਰੀ ਤੁਸੀਂ ਸੰਸਾਰ ਕਿਵੇਂ ਬਣਾਇਆ ਹੈ, ਇਹ ਕੋਈ ਨਹੀਂ ਕਹਿ ਸਕਦਾ। ਕਿਵੇਂ ਆਰੰਭ ਹੁੰਦਾ ਹੈ, ਮੌਤ ਬਾਰੇ ਤੇ ਕਿਹਾ ਬਹੁਤੇ ਧਰਮਾਂ ਨੇ ਵੀ ਮੌਤ ਇਸ ਤਰ੍ਹਾਂ ਹੁੰਦੀ ਹੈ, ਪਰ ਇਸ ਸਰੀਰ ਦੇ ਨਾਲ ਆਤਮਾ ਕਦੋਂ ਸੰਬੰਧਿਤ ਹੋਈ ਮਾਂ ਦੇ ਸਰੀਰ ਵਿੱਚ, ਇਹਦੇ ਬਾਰੇ ਕਿਸੇ ਧਰਮ ਤੋਂ ਅਜੇ ਤੱਕ ਨਹੀਂ ਕਿਹਾ ਜਾ ਸਕਿਆ। ਇਹ ਆਪਾਂ ਕਹਿ ਦਿੰਦੇ ਹਾਂ ਵੀ ਬੰਦੇ ਦਾ ਸਰੀਰ ਜਿਹੜਾ ਇੰਨੇ ਚਿਰ ਵਿੱਚ ਜਨਮ ਲੈਂਦਾ ਹੈ, ਪਰ ਇਹ ਕਿਤੇ ਕਲੀਅਰ ਸਾਫ਼ ਮੈਂ ਨਹੀਂ ਪੜ੍ਹਿਆ ਵੀ ਇਸ ਸਰੀਰ ਵਿੱਚ ਆਤਮਾ ਕਦੋਂ ਟਿਕਦੀ ਹੈ, ਉਹ ਕਿਵੇਂ ਆਉਂਦੀ, ਇਹਦੇ ਬਾਰੇ ਕੋਈ ਨਹੀਂ ਪਤਾ ਕਿਸੇ ਨੂੰ। ਔਰ ਹਜ਼ੂਰ ਕਹਿੰਦੇ ਨੇ ਇਹ ਕਿਵੇਂ ਤੂੰ ਸਾਜਿਆ, ਤਰੀਕਾ ਕਿਹੜਾ ਹੈ। ਤੁਮਰਾ ਲਖਾ ਨਾ ਜਾਏ, ਲਖਾ ਦਾ ਅਰਥ ਵੇਖਿਆ ਨਹੀਂ ਜਾ ਸਕਦਾ। ਫਿਰ ਕਹਿੰਦੇ ਏਕੈ ਰੂਪ, ਹੁਣ ਅਕਾਲ ਪੁਰਖ ਦਾ ਇੱਕ ਰੂਪ ਗੁਰੂ ਸਾਹਿਬ ਨੇ ਜ਼ਰੂਰ ਦੇਖਿਆ ਹੈ, ਤਾਂ ਹੀ ਕਹਿ ਰਹੇ ਨੇ ਇੱਕ ਰੂਪ ਦੇਖਿਆ। ਕਹਿੰਦੇ ਤੇਰਾ ਰੂਪ ਇੱਕ ਹੈ ਅਨੂਪ ਸਰੂਪਾ, ਪਰ ਤੇਰੇ ਜਿਹੜੇ ਸਰੂਪ ਨੇ ਉਹ ਹੈਰਾਨ ਕਰ ਦੇਣ ਵਾਲੇ ਕਈ ਨੇ। ਆਪਣਾ ਤੇਰਾ ਨਿੱਜ ਸਰੂਪ ਇੱਕ ਹੈ ਤੇ ਤੇਰੀਆਂ ਜਿਹੜੀਆਂ ਫੋਟੋ ਕਾਪੀਆਂ ਅੱਗੇ ਹੋਈਆਂ ਨੇ, ਅੱਗੇ ਵਧਿਆ ਸੰਸਾਰ, 1 ਤੋਂ 2, 2 ਤੋਂ 4, 4 ਤੋਂ 8, 10 ਅੱਗੇ ਵੱਧ ਗਿਆ, ਕੋਈ ਅੰਤ ਨਹੀਂ। ਸਾਰਿਆਂ ਦੇ ਵਿੱਚ ਵੀ ਤੂੰ ਹੈ ਤੇ ਤੂੰ ਇਕੱਲਾ ਵੀ ਹੈ। ਬੜੀ ਵੱਡੀ ਖੇਡ ਹੈ, ਬੜਾ ਵੱਡਾ ਤਮਾਸ਼ਾ ਹੈ। ਤਾਂ ਹੀ ਭੱਟਾ ਨੇ ਕਹਿ ਦਿੱਤਾ ਸੀ ਗੁਰਮੁਖ ਸੰਗਤ ਸਭ ਹੈ ਵਿਚਾਰੋ, ਵਾਹੋ ਵਾਹੋ ਕਾ ਬੜਾ ਤਮਾਸ਼ਾ। ਬੜਾ ਤਮਾਸ਼ਾ ਹੈ, ਕੋਈ ਸਮਝ ਨਹੀਂ ਆਉਂਦੀ। ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਕਹਿ ਦਿੱਤਾ, ਕਿਉਂਕਿ ਆਪਾਂ ਕਹਿੰਦੇ ਹਾਂ ਇਸ ਬੰਦੇ ਵਿੱਚ ਵੀ ਰੱਬ ਹੈ, ਦੂਜੇ ਵਿੱਚ ਵੀ, ਤੀਜੇ ਵਿੱਚ ਵੀ, ਫਿਰ ਇੱਕ ਕਹਿੰਦੇ ਹਾਂ ਸਾਰਿਆਂ ਨੂੰ ਸੰਭਾਲ ਰਿਹਾ, ਉਹ ਕਿਹੜਾ? ਸਤਿਗੁਰੂ ਨੇ ਬਚਨ ਕੀਤਾ, ਗੁਰੂ ਅਰਜਨ ਦੇਵ ਜੀ ਨੇ ਕਹਿਣ ਲੱਗੇ ਹੱਬ ਸਮਾਣੀ ਜੋਤ, ਜਿਉਂ ਜਲ ਘਟਾਊ ਚੰਦਰਮਾ। ਸਾਰਿਆਂ ਦੇ ਅੰਦਰ ਉਹਦੀ ਜੋਤ ਸਮਾਈ ਹੋਈ ਹੈ। ਕਿਵੇਂ? ਘਟਾਊ ਦਾ ਅਰਥ ਹੈ ਘੜਾ, ਜਿਵੇਂ ਚੰਦਰਮਾ ਦੇ ਵਿੱਚ, ਆਕਾਸ਼ ਵਿੱਚ ਚੰਦਰਮਾ ਨਿਕਲਦਾ ਹੈ ਤੇ ਉਹਦੇ ਥੱਲੇ ਤੁਸੀਂ ਲਾਈਨ ਲਾ ਦਿਓ ਘੜਿਆਂ ਦੀ, 100, 50, 200, 400 ਘੜੇ ਖਰੀਦ ਕੇ ਲਿਆਓ, ਉਹਨਾਂ ਨੂੰ ਪਾਣੀ ਨਾਲ ਭਰ ਦਿਓ, ਘੜਿਆਂ ਨੂੰ ਪਾਣੀ ਨਾਲ ਭਰ ਕੇ ਖੁੱਲ੍ਹੇ ਮੈਦਾਨ ਵਿੱਚ ਰੱਖ ਦਿਓ। ਚੰਦਰਮਾ ਜਦੋਂ ਸਿਰ ਤੇ ਆ ਜਾਏਗਾ, ਵਿਚਕਾਰ ਆ ਜਾਏਗਾ ਆਕਾਸ਼ ਦੇ ਪੂਰਨਮਾਸ਼ੀ ਵਾਲੇ ਦਿਨ, ਹਜ਼ੂਰ ਕਹਿੰਦੇ ਜਾ ਕੇ ਦੇਖਣਾ ਚੰਦਰਮਾ ਉੱਪਰ ਇੱਕ ਹੈ, ਪਰ ਜਦੋਂ ਝਾਤੀ ਮਾਰਦੇ ਹੋ ਘੜਿਆਂ ਦੇ ਵਿੱਚ, ਸਾਰਿਆਂ ਘੜਿਆਂ ਦੇ ਵਿੱਚ ਇੱਕ ਇੱਕ ਚੰਦਰਮਾ ਨਜ਼ਰ ਆ ਰਿਹਾ ਹੈ, ਇੱਕ ਇੱਕ ਚੰਦਰਮਾ ਸਾਰਿਆਂ ਵਿੱਚ। ਹੁਣ ਕਦੀ ਉੱਪਰ ਵੇਖਦਾ ਵੇਖਣ ਵਾਲਾ ਵੀ, ਉੱਤੇ ਤਾਂ ਇੱਕ ਹੈ, ਜਦੋਂ ਘੜਿਆਂ ਵੱਲ ਨਜ਼ਰ ਪਾਈ ਤਾਂ ਉੱਥੇ ਕਈ ਚੰਦਰਮਾ। ਫਿਰ ਇਹਦੇ ਵਿੱਚ ਇੱਕ ਹੋਰ ਗੱਲ ਸਤਿਗੁਰੂ ਨੇ ਕੀਤੀ, ਬੜੀ ਕਮਾਲ ਦੀ ਉਦਾਹਰਨ ਦਿੱਤੀ। ਕਹਿਣ ਲੱਗੇ ਸਹਿਸ ਘਟਾ ਮੈਂ ਏਕ ਆਕਾਸ਼, ਸਹਿਸ ਦਾ ਅਰਥ ਹੈ ਹਜ਼ਾਰਾਂ, ਹਜ਼ਾਰਾਂ ਘੜਿਆਂ ਦੇ ਵਿੱਚ ਇੱਕੋ ਹੀ ਆਕਾਸ਼ ਹੁੰਦਾ ਹੈ। ਆਕਾਸ਼ ਦਾ ਇੱਥੇ ਅਰਥ ਲਵਾਂਗੇ ਖਲਾ, ਖਾਲੀ, ਜਾਂ ਇੱਕ ਚੰਦਰਮਾ ਸਾਰਿਆਂ ਦੇ ਅੰਦਰ, ਘੱਟ ਫੂਟੇ ਤੇ ਉਹੀ ਪ੍ਰਕਾਸ਼। ਉਹ ਚੰਦਰਮਾ ਕਿੱਧਰ ਗਿਆ? ਪਰਛਾਵਾਂ ਪੈਂਦਾ ਸੀ, ਚੰਦਰਮਾ ਉੱਥੇ ਹੈ ਨਹੀਂ ਸੀ, ਪਰਛਾਵਾਂ ਪੈ ਰਿਹਾ ਸੀ। ਘੜਾ ਟੁੱਟ ਗਿਆ, ਚੰਦਰਮਾ ਵਿੱਚ ਚੰਦਰਮਾ ਸਮਾ ਗਿਆ। ਜਿਹੜਾ ਘੜੇ ਵਾਲਾ ਚੰਦਰਮਾ ਸੀ ਉਹ ਅਸਲੀ ਕੇਂਦਰ ਵਿੱਚ ਚਲਾ ਗਿਆ। ਇਸੇ ਤਰ੍ਹਾਂ ਜਿੰਨੇ ਸਰੀਰ ਨੇ, ਜਿੰਨੀ ਸ੍ਰਿਸ਼ਟੀ ਹੈ, ਇਹ ਘੜੇ ਬਣਾਏ ਨੇ ਅਕਾਲ ਪੁਰਖ ਨੇ। ਕੁਮਾਰਾ ਏਕ ਜੋ ਮਾਟੀ ਗੂੰਦੀ ਬਹੁ ਵਿਦਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਵਿਆਦ ਲਗਾਈ। ਇਹ ਜਿੰਨੇ ਘੜੇ ਬਣਾਏ ਨੇ, ਇਹਨਾਂ ਵਿੱਚ ਉਹਦਾ ਪਰਛਾਵਾਂ ਪੈ ਰਿਹਾ ਹੈ, ਤੇ ਜਿਨ੍ਹਾਂ ਘੜਿਆਂ ਦੇ ਵਿੱਚ ਮਿੱਟੀ ਘੋਲ ਦਿਓ ਉਹਨਾਂ ਵਿੱਚ ਪਰਛਾਵਾਂ ਨਹੀਂ ਦਿਸਦਾ। ਹੈ ਸਾਡੇ ਵਿੱਚ ਵੀ ਉਹਦੀ ਜੋਤ,
पर असी इस शरीर दे अंदर जीवन दे विच जिहड़ी विकारां दी, क्रोध दी, लोभ दी, हंकार दी ਅਤੇ ਹੋਰ कई प्रकार की मिट्टी घोल ਦਿੱਤੀ है, वो इस पानी विच उस चंद्रमा नूं नज़र नहीं आउण दिंदी। जिन्हां दा ये घड़े दा पानी टिक गया, ज्यों-ज्यों पानी साफ होया, मिट्टी बहिंदी गई, गंधलापन घट होया, विचों मैल घट गई, पानी साफ होण लग पिया, मन साफ होण लग पिया। एक दिन इसे घड़े दे विचों उस चंद्रमा की जोत दिसनी शुरू हो गई। ਉਹਦੇ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਜਿਨ੍ਹਾਂ ਨੂੰ ਦਿਸਿਆ ਉਹਨਾਂ ਨੂੰ ਆਪਣੇ ਹੀ ਸਰੀਰ ਰੂਪੀ ਘੜੇ ਵਿੱਚੋਂ ਦਿਸਿਆ। ਜਿੰਨਾ ਕੋਈ ਆਪਣੇ ਆਪ ਨੂੰ ਸ਼ੁੱਧ ਕਰ ਲੈਂਦਾ ਹੈ, ਜਿੰਨਾ ਕੋਈ ਆਪਣੇ ਆਪ ਨੂੰ ਸਾਫ਼ ਕਰ ਲੈਂਦਾ ਹੈ, ਉਹਨਾਂ ਉਸ ਨੂੰ ਜਲਦੀ ਦਿਸ ਪੈਂਦਾ ਹੈ ਅਤੇ ਸਾਫ਼ ਦਿਸ ਪੈਂਦਾ ਹੈ। ਬਾਹਰੋਂ ਤਾਂ ਅਸੀਂ ਬੜੀ ਵਾਰੀ ਰੱਬ ਨੂੰ ਵੇਖਿਆ, ਕਈ ਵਾਰੀ ਉਹ ਆਇਆ ਅਤੇ ਕਈ ਵਾਰੀ ਚਲਾ ਗਿਆ। ਉਹਨੇ ਸ਼ਾਂਤੀ ਨਹੀਂ ਦਿੱਤੀ ਸਾਨੂੰ, ਉਹਨੇ ਕਦੀ ਰਸ ਨਹੀਂ ਦਿੱਤਾ। ਉਹ ਬਾਹਰਲਾ ਰੱਬ ਤੇ ਆਇਆ ਤੇ ਗਿਆ, ਉਹ ਟਿਕਦਾ ਨਹੀਂ। ਸਹਿਜ ਮਿਲੈ ਮਿਲਿਆ ਪ੍ਰਵਾਨ, ਨਾ ਤਿਸ ਮਰਨ ਨਾ ਆਵਣ ਜਾਣ। ਜਿਹੜਾ ਆਪਣੇ ਹੀ ਜੀਵਨ ਰੂਪੀ ਘੜੇ ਦੇ ਵਿੱਚੋਂ ਸ਼ੁੱਧਤਾ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਆਪਣੇ ਆਪੇ ਨੂੰ ਵੇਖ ਲੈਂਦਾ, ਉਹਨੂੰ ਉਸ ਚੰਦਰਮਾ ਦੀ ਜਿਹੜੀ ਚਾਂਦਨੀ ਹੈ ਰਾਹ ਦੇ ਦਿੰਦੀ ਹੈ, ਆਨੰਦ ਦੇ ਦਿੰਦੀ, ਬਖਸ਼ਿਸ਼ ਦੇ ਦਿੰਦੀ ਹੈ। ਤਾਂ ਇਸ ਤਰ੍ਹਾਂ ਦਾ ਇਹ ਸੰਸਾਰ ਦਾ ਇੱਕ ਹੈ ਰੂਪ, ਅਨੂਪ ਸਰੂਪਾ। ਰੂਪ ਉਹਦਾ ਇੱਕੋ ਹੈ ਸਾਰਿਆਂ ਦੇ ਵਿੱਚ। ਫਿਰ ਕਹਿੰਦੇ ਰੰਕ ਭਇਓ, ਕਿਤੇ ਤੂੰ ਗਰੀਬ ਬਣਿਆ ਹੋਇਆ, ਕਿਤੇ ਤੂੰ ਭਿਖਾਰੀ ਬਣ ਕੇ ਮੰਗ ਰਿਹਾ ਹੈ, ਕਿਤੇ ਤੂੰ ਗਰੀਬ ਹੈ, ਤੇਰੇ ਕੱਪੜੇ ਪਾਟੇ ਹੋਏ, ਤੇਰੀ ਕੁੱਲੀ ਪੁਰਾਣੀ ਹੈ, तेरे जेब विच माया नहीं, किते तू गरीब बनया होया। ये उन्हें अनेकता विच सृष्टि साजी है, कदी इक्को जी नहीं करेगा। उच्चा नीवा थोड़ा जिहा रखेगा जरूर, पर इन्ना नहीं जिन्ना असी बना दिता उच्चा नीवा, इतना नहीं सी। परमात्मा की एक मजबूरी सी कि किसी भी चीज़ नूं बनाउणा उहदे विच उच्चा नीवा जरूर करना पैंदा, तां वो चीज़ चलदी है। थोड़ा जिहा घट वध डिजाइनिंग करनी पैंदी उसनूं। पर असी कहांगे फिर उच्चे नीवे तो रब ने बनाए ने, गरीब तो अमीर तो उसने बनाए ने। आ जिवें दे इन्हां दिनां विच गरीब अमीर चल रहे ने, ये शायद रब ने नहीं बनाए, ये असी आप बनाए ने। असी कानून इस तरह के कढ़ दिते, असी तरीके इस तरह के बना दिते बई गरीबां दा खून जिहड़ा बिना चूसण तो अपने आप ही निकल के अमीरां वल जाण लग पिया, चूसना भी नहीं पिया। ये बंदे की काढ़ है तो बंदे का दुख है, वह धोखा है तो वह पाप है। इन्ने गरीब अमीर नहीं, जिहड़ी कुदरत ने थोड़ी जी उचियाण ते निवाण बनाई, वो थोड़ी जी है, ज़्यादा नहीं। असी उन्होंने ज़्यादा कर दिता, वड्डा गायब कर दिता। इस करके सच्चे पातशाह जी कहते किते तू गरीब है, किते तू अमीर है। रंक भयो राव, राव दे अर्थ ने किते तू भूपा, किते तू भूप बन के बैठा। भूप का अर्थ है जमीन बड़ी है तेरे कोल, भूपति। किते तू राजा है। फिर कहते अंडज जेरज सेतज कीनी, ये चार खानियां हैं। उत्पुज ये चौथी है। अंडज तू चार खानियां बनाइया, उन्हां विच पहली सी अंडज, आंडियां तो जीव पैदा करने। ये जिहड़ी श्रेणी है आंडियां तो जीव पैदा करने वाली बनाई। जेरज, फिर जेर तो जीव पैदा करने वाली श्रेणी बनाई। फिर कहते सेतज, सेतज का अर्थ है पसीने तो पैदा होने वाली किरम आदिक, ये तू पैदा किते। फिर उत्पुज खान, उत्पुज का अर्थ है रुख बिरख आदिक, बूटे घाह आदिक, फुल आदिक, इन्हां नूं कहते उत्पुज खानी विचों पैदा हुंदे ने। ये खान बहुर रच देनी, परत के तू रची। फिर कहते कहूँ फूल राजा होवे बैठा, किधरे तू बड़ा खुश हो के राजा हो के राज कर रहा है। कहूँ सिमट भयो शंकर ई कैठा, किते तू शंकर बन के, शिवजी बन के इस सारे संसार नूं सिमट भयो, भाव समेट देना, मौत दे घाट उतार देंदा है।
सृष्टि नूं इकट्ठियां कर देना है, खत्म कर देना है। ते कलगियां वाले पातशाह अगे बचन कहंदे, सिगरी सृष्ट दिखाए अचंभव। हजूर गुरु गोबिंद सिंह पातशाह जी कह रहे ने, इस सारी सृष्टि की बनतर नूं वेख के मैं हैरान हो गया वां। ते हैरान होया उहदा नतीजा की, हैरान होण दी देर सी, बुद्धि छुट गई, विचार खत्म हो गए, ख्यालों तो पार चले गए, सुख की दुनिया शुरू हो गई, शब्द की दुनिया शुरू हो गई, नाम टिकना शुरू हो गया। लेखे अगे ही पैंदा जाके, जपना चंगा है। ਜਿਹੜਾ उधर लिखिया जाता है ना, वेखो असी पहला जिहड़ी किसी नूं फैक्स करनी है, पहला अपने हत्थां नाल लिखी दी है, इधर लिखी गई उस कागज़ दे उत्ते, पर जिथे असी भेजनी है जे उत्थे नहीं गई, साडे कोल लिखी गई। इस तरह जदों असी मूँह नाल कल्ले नाल जपने आ, ये पहला हिस्सा असी उस फैक्स नूं लिख लिया, उस कागज़ नूं लिख लिया, पर गई कोई नहीं, अजे इस भुलेखे विच ना रहना। फिर उस कागज़ नूं फैक्स दे विच पा दिता। ये दूजा हिस्सा है, नाम मन विच चला गया, अजे अगे लेखे विच नहीं गया, अजे फैक्स दे विच मशीन विच कागज़ रखिया। हुण एक होर काम करन वाला है, वो किहड़ा? हुण वो जिहड़ी फैक्स वाली मशीन है, उहदे बटन सैट करने, भी अगे कनैक्शन करना है, वो बटन लाउणे ने, वो स्विच उहदे नाल मिलने। जदों अगे मिलणगे ते बस फिर इक्को स्विच दबिया, जिहड़ा इत्थे लिखिया सी वो अगे लिखिया गया जिथे भेजना सी, इधर लिखिया उधर चला गया। हुण जदों उधर लिखिया गया, इधरले दी लोड़ ना रही। इस तरह जिहड़ा असी कल्ले मूँह नाल जपने आ ना, चलो गल तां इत्थों शुरू होनी ना। असी कहने पै गए लेखे विच, वो तो अजे शुरुआत हुई सी। शायद अपनी फैक्स सारी उम्र चुकी फिरने, अगे जाके पुछो उधर गई भी है कि नहीं, किते उत्थे नहीं गई। इनू गुरु अमरदास जी ने कहा कि जे को सिख गुरु सेती सन्मुख होवे तां सन्मुख सिख कोई, जियों रहे गुर नाले, गुर के चरण हिरदय ते आए। दूसरा, अंतर आत्मे समाले। इस तरह अगे लेखे विच पैंदा है, ते लेखे विच तां पएगा जदों साडियां सोचां विचारां दीयां हद्दां टुट जाणगीਆਂ, असीं सोचां तो अगे निकल जाएंगे, विचारां तो अगे जाके उहनूं जपांगे, उहनूं प्यार करांगे। ਉਹਦੇ ਤੋਂ ਪਹਿਲਾਂ ਤੇ ਸਾਰੇ ਖਿਡਾਰੀ ਇੱਕ ਦੂਜੇ ਨੂੰ ਖੂੰਡੀਆਂ ਮਾਰਦੇ ਫਿਰਦੇ ਨੇ। ਉਹਦੇ ਤੋਂ ਪਹਿਲਾਂ ਅਸੀਂ ਕਰਦੇ ਬਹੁਤ ਹਾਂ, ਹੁੰਦਾ ਕੁਝ ਵੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਮੈਂ ਹੈਰਾਨ ਹੋ ਗਿਆ ਤੇਰੀ ਕੁਦਰਤ ਵੱਲ ਵੇਖ ਕੇ, ਤੇਰੇ ਵੱਲ ਵੇਖ ਕੇ। ਕਹਿੰਦੇ ਸਿਗਰੀ ਸ੍ਰਿਸ਼ਟ, ਸਗਰੀ ਦਾ ਅਰਥ ਹੈ ਸਾਰੀ, ਸ੍ਰਿਸ਼ਟ ਦਾ ਅਰਥ ਹੈ ਸ੍ਰਿਸ਼ਟੀ। ਦਿਖਾਏ ਅਚੰਭਵ, ਇਹਨੂੰ ਵੇਖਿਆ ਹੈਰਾਨੀ ਆ ਜਾਂਦੀ, ਤੇ ਹੈਰਾਨੀ ਬੜੀ ਮਹਿੰਗੇ ਮੁੱਲ ਮਿਲਦੀ ਹੈ। ਹੈਰਾਨ ਤੇ ਬੰਦਾ ਹੁੰਦਾ ਹੀ ਨਹੀਂ। ਆਦਮੀ ਨੇ ਹੈਰਾਨ ਹੋਣਾ ਤੇ ਸਿੱਖੇ ਨਹੀਂ। ਜਿੰਨਾ ਚਿਰ ਹੈਰਾਨਗੀ ਨਹੀਂ, ਜਿੰਨਾ ਚਿਰ ਅਚੰਭਾ ਨਹੀਂ ਆਉਂਦਾ, ਜਿੰਨਾ ਚਿਰ ਵਿਸਮਾਦ ਵਿੱਚ ਨਹੀਂ ਜਾਂਦਾ, ਉਹਨਾਂ ਚਿਰ ਸ਼ਬਦ ਨਾਲ ਸਾਂਝ ਪੈ ਜਾ ਨਹੀਂ ਹੋ ਸਕਦਾ। ਇਸ ਲਈ ਗੁਰੂ ਕਲਗੀਆਂ ਵਾਲੇ ਨੇ ਪਹਿਲਾਂ ਸ਼ੁਰੂ ਹੀ ਇੱਥੋਂ ਕੀਤਾ, ਕਹਿੰਦੇ ਸਿਰ ਦਿਓ ਮੈਨੂੰ। ਸਿਰਾਂ ਤੋਂ ਗੱਲ ਸ਼ੁਰੂ ਕੀਤੀ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਮੈਨੂੰ ਸਿਰ ਦਿਓ, ਕਾਣ ਨਾ ਕੀਜੈ। ਸਿਰ ਕਿਉਂ ਦਿਓ? ਜਦੋਂ ਮੈਂ ਇਸ ਵਿਸ਼ੇ ਵੱਲ ਵੇਖਣਾ ਵੀ ਗੁਰੂ ਨੇ ਹੱਥ ਨਹੀਂ ਮੰਗੇ, ਗੁਰੂ ਨੇ ਪੈਰ ਨਹੀਂ ਮੰਗੇ, ਗੁਰੂ ਨੇ ਉਂਗਲਾਂ ਨਹੀਂ ਮੰਗੀਆਂ, ਗੁਰੂ ਨੇ ਕੱਲੀ ਅੱਖ ਨਹੀਂ ਮੰਗੀ, ਕੱਲਾ ਨੱਕ ਨਹੀਂ ਮੰਗਿਆ, ਕਹਿੰਦੇ ਸਿਰ ਹੀ ਦੇ ਜ਼ਰੂਰ। ਸਿਰ ਦੀ ਕੀ ਲੋੜ ਪੈ ਗਈ? क्योंकि जिस राह ते गुरु गोबिंद सिंह ने सानू लैके जाना है, आत्म रस जे जान ही सो है खालस देव, वो मिलना ही तां है जदों इस सिर वाली बुद्धि पासे होगी, विचों निकल गए, उहदे तो पहला मिलना नहीं। इस करके हजूर ने कहा भी इहदा समा बहुत खराब हो जाएगा, ये सिर नाल धर्म कमाएगा। नहीं, सिर नाल धर्म कमाए नहीं जा सकता, गलत है। बाबा फरीद जी नूं तुसीं पुछो,
ਉਹਨਾਂ ਨੂੰ ਕਿਸੇ ਕਿਹਾ ਸੀ खुदा दे घर किन्ने कुछ दिन लगे तुहानूं तुरन लग्या? काली तुर के गए सी? कहन लगे ना। कहंदे पैरां नाल कई साल तुरिया, पैरां नाल तुर तुर के थक गया सा, नहीं पहुंचया। पैरी थकां, पैरां नाल थक जाईदा। पैरां दा मतलब बुद्धि, पैरां दा मतलब अपनी मत। पैरां नाल मैं थक गया सा, फिर की होया? कहंदे सिर जुलां, फिर मैं सिर नाल तुरन लग पिया, पैर छड्ड दिते, सिर परने हो के तुरिया। सिर दा मतलब सिर जमीन ते ला दिता, मत छड्ड दिती। मत होंदे होए, मत होंदी होए इयाणा, ताण होंदे होए निताणा, अणहोंदे आप वंडाए को ऐसा भगत सदाए। कोई इस तरह का भगत होवे जिहड़ा सिर तो बिना, पैरों तो बिना तुरे। पैरी थकां सिर जुलां, जे मुँह पिरी मिलन, इस करके अचंभव हैरानी सगली सृष्ट दिखाए अचंभव। आद जगाद स्वरूप सजंभव, ਉਹਦਾ ਸਰੂਪ ਆਦ ਜੁਗਾਂ ਜੁਗਾਂ ਤੋਂ ਸੁਜੰਭਵ ਆਪਣੇ ਆਪ ਤੋਂ ਹੀ ਪੈਦਾ ਹੋਇਆ, ਉਹਨੂੰ ਕਿਸੇ ਨੇ ਜਾਣਿਆ ਨਹੀਂ। ਅੱਗੇ ਆਪਣੇ ਵਾਸਤੇ ਬੇਨਤੀ ਕਰਦੇ ਹੋਏ ਕਹਿੰਦੇ ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ। ਜੀਵਨ ਦੇ ਵਿੱਚ ਮੇਰੀ ਰੱਖਿਆ ਕਰੋ, ਮੇਰੀ ਰਾਖੀ ਕਰੋ, ਮੇਰੇ ਸਿੱਖਾਂ ਨੂੰ ਉਭਾਰੋ ਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਸੰਘਾਰ ਦਿਓ। ਦੁਸ਼ਟ ਜਿਤੇ ਉਠਵਤ ਉਤਪਾਤਾ, ਜਿੰਨੇ ਵੀ ਦੁਸ਼ਟ ਉਤਪਾਤ ਕਰਦੇ ਨੇ, ਮੈਨੂੰ ਧਰਮ ਦੇ ਮਾਰਗ ਤੇ ਤੁਰਨ ਤੋਂ ਰੋਕਦੇ ਨੇ, ਉਹਨਾਂ ਸਾਰਿਆਂ ਨੂੰ ਸਕਲ ਮਲੇਸ਼ ਕਰੋ ਰਣ ਘਾਤਾ। ਉਹਨਾਂ ਨੂੰ ਰਣ ਦੇ ਵਿੱਚ, ਰਣ ਭੂਮੀ ਵਿੱਚ ਮਾਰ ਦਿਓ। ਇਹਦੇ ਵਿੱਚ ਅੰਦਰਲੇ ਤੇ ਬਾਹਰਲੇ ਦੋਵੇਂ ਦੁਸ਼ਮਣ ਨੇ, ਅੰਦਰਲੇ ਵਿਕਾਰ ਤੇ ਬਾਹਰਲੀਆਂ ਰੁਕਾਵਟਾਂ। ਕਹਿੰਦੇ ਇਹਨਾਂ ਨੂੰ ਮਲੇਸ਼ਾਂ ਨੂੰ ਰਣ ਵਿੱਚ ਘਾਤ ਕਰ ਦਿਓ। ਮਲੇਸ਼ ਦੇ ਕੀ ਅਰਥ ਨੇ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਾਚਾਂਗੇ। ਅੱਜ ਸਮੇਂ ਦੀ ਇੱਥੇ ਸਮਾਪਤੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।